ਹੋਏਗੀ ਕਿ ਇਸ ਮਾਮਲੇ ਨੂੰ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਨਾ। ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਜੋ ਮਾਮਲਾ ਦਰਜ ਹੋਇਆ ਉਹ ਕਿੰਨੀ ਤਿਆਰੀ ਦੇ ਨਾਲ ਦਰਜ ਕੀਤਾ ਗਿਆ। ਆਮ ਆਦਮੀ ਪਾਰਟੀ ਪਿਛਲੇ ਕਈ ਦਿਨਾਂ ਤੋਂ ਇਲਜ਼ਾਮ ਲਗਾਉਂਦੀ ਰਹੀ ਹੈ, ਤਾਂ ਸਵਾਲ ਹੈ ਕਿ ਕਾਨੂੰਨੀ ਪੱਖ ਤੋਂ ਕਿੰਨਾ ਮਜ਼ਬੂਤ ਹੈ, ਕਿ ਇੰਨਾ ਮਜ਼ਬੂਤ ਹੈ ਕਿ ਅਦਾਲਤ ਦੇ ਵਿੱਚ ਇਹ ਪੂਰਾ ਮਾਮਲਾ ਟਿਕ ਸਕੇ। ਖੈਰ, ਅੱਜ ਗੱਲ ਹੋਵੇਗੀ ਮਜੀਠੀਆ ਦੇ ਖਿਲਾਫ ਹੋਏ ਮਾਮਲੇ ਦੀ, ਜੋ ਦਰਜ ਹੋਇਆ ਮਾਮਲਾ ਉਸ ਦੀ, ਕਿ ਇਹ ਕਾਰਵਾਈ ਕਾਨੂੰਨੀ ਜਾਲ ਹੈ ਜਾਂ ਫਿਰ ਕੋਈ ਸਿਆਸੀ ਚਾਲ ਹੈ। सियासी स्टेजां तो जिस STF की रिपोर्ट ਨੂੰ ਲੈ ਕੇ ਕਾਂਗਰਸ ਦੇ ਦਿੱਗਜ ਆਗੂ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਅਕਾਲੀ ਦਲ ਨੂੰ ਘੇਰਦੇ ਰਹੇ ਨੇ, ਹੁਣ ਉਸ ਉੱਤੇ ਹੀ ਵੱਡੀ ਕਾਰਵਾਈ ਹੋਈ ਹੈ। ਸਾਲ 2018 ਨੂੰ ਡਰੱਗ ਤੇ ਬਣੀ STF ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਰਿਪੋਰਟ ਦਾਖਲ ਹੋਈ ਸੀ, ਤਕਰੀਬਨ 3 ਸਾਲ ਬਾਅਦ ਉਸ ਤੇ ਹੁਣ ਵੱਡੀ ਕਾਰਵਾਈ ਹੋਈ ਹੈ। ਹਾਈ ਕੋਰਟ ਵੱਲੋਂ ਗ੍ਰੀਨ ਸਿਗਨਲ ਮਿਲਣ ਤੇ ਅਤੇ AG ਦਪਿੰਦਰ ਸਿੰਘ ਪਟਵਾਲੀਆ ਦੀ ਰਾਏ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਖਿਲਾਫ NDPS ਐਕਟ ਦੇ ਅਧੀਨ ਜਿਹੜੀ FIR ਦਰਜ ਹੋਈ ਹੈ, ਉਸ ਦੇ ਵਿੱਚ 3 ਸਖਤ ਧਾਰਾਵਾਂ 25, 27A ਅਤੇ ਧਾਰਾ 29 ਜੋੜੀ ਗਈ ਹੈ। ਮੋਹਾਲੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਦਰਜ ਇਸ FIR ਦੀ ਜਾਂਚ ਦੇ ਲਈ SIT ਦਾ ਵੀ ਗਠਨ ਕੀਤਾ ਗਿਆ, ਜਿਸ ਦੀ ਅਗਵਾਈ AIG ਬਲਰਾਜ ਸਿੰਘ ਕਰਨਗੇ, ਜਦਕਿ DSP ਰਾਜੇਸ਼ ਕੁਮਾਰ, ਕੁਲਵੰਤ ਸਿੰਘ SIT ਦੇ 2 ਹੋਰ ਮੈਂਬਰ ਹੋਣਗੇ। ਉਧਰ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਾਫ਼ ਕੀਤਾ ਕਿ SIT ਹੁਣ ਇਸ ਤੇ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰੇਗੀ। ਜੇਕਰ ਮਜੀਠੀਆ ਦਾ ਕੋਈ ਕਸੂਰ ਸਾਹਮਣੇ ਆਇਆ ਤਾਂ ਗ੍ਰਿਫਤਾਰੀ ਜ਼ਰੂਰ ਹੋਵੇਗੀ ਅਤੇ ਇਸ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਨਹੀਂ ਹੋਵੇਗੀ। ਹਾਈ ਕੋਰਟ ਨੇ ਕਿਤੇ ਵੀ ਨਹੀਂ ਰੋਕਿਆ ਕਿ ਤੁਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ, ਤੁਸੀਂ ਕੋਈ ਨਵੀਂ FIR ਨਹੀਂ ਕਰ ਸਕਦੇ। ਅਸੀਂ ਜੋ ਹਾਈ ਕੋਰਟ ਦੀ ਕਾਨੂੰਨ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਉਹ ਤੋਂ ਬਾਅਦ ਸਾਡਾ ਚੱਲਣ ਦਾ ਕੋਈ ਮਤਲਬ ਨਹੀਂ। ਗ੍ਰਿਫਤਾਰੀ ਕਿਉਂ ਨਹੀਂ ਹੋਏਗੀ? ਜਾਂਚ ਦੇ ਵਿੱਚ ਇਹ ਤਾਂ ਨਹੀਂ ਹੁੰਦਾ ਕਿ ਗ੍ਰਿਫਤਾਰੀ ਨੂੰ ਜਿਹੜਾ ਬੰਦਾ ਜੇ ਨਸ਼ੇ ਵੇਚਣ ਵਾਲੇ ਜੇ ਬਾਕੀ ਫੜੇ ਜਾ ਸਕਦੇ ਆ ਤਾਂ ਉਹਦੇ ਸੁਖਜਿੰਦਰ ਸਿੰਘ ਰੰਧਾਵਾ ਹੀ ਫੜਿਆ ਜਾ ਸਕਦਾ। ਗ੍ਰਹਿ ਮੰਤਰੀ ਰੰਧਾਵਾ ਨੇ ਸਾਫ਼ ਕੀਤਾ ਹੈ ਕਿ STF ਮੁਖੀ ਹਰਪ੍ਰੀਤ ਸਿੱਧੂ ਨੇ ਆਪਣੀ ਰਿਪੋਰਟ ਦੇ ਵਿੱਚ ਜਾਂਚ ਜਾਰੀ ਰੱਖਣ ਦੀ ਵਕਾਲਤ ਕੀਤੀ ਸੀ ਅਤੇ ਕੈਪਟਨ ਸਰਕਾਰ ਵੇਲੇ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਗ੍ਰਹਿ ਸਕੱਤਰ NS ਕਲਸੀ ਦੀ ਕਮੇਟੀ ਨੇ ਵੀ ਆਪਣੀ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਦੇ ਵਿੱਚ ਜਾਂਚ ਕਰੇ। ਇਸੇ ਆਧਾਰ ਤੇ ਹੁਣ ਕਾਰਵਾਈ ਹੋਈ ਹੈ। ਪਰ ਜੋ ਚੱਲ ਰਿਹਾ ਸੀ, ਹਰਪ੍ਰੀਤ ਸਿੱਧੂ ਦੀ ਜੋ ਰਿਪੋਰਟ ਸੀਗੀ ਕਿ ਇਹਦੇ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਔਰ ਜਿਹੜੀ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਵੀ ਲਿਖਿਆ ਗਿਆ ਸੀ ਕਿ BOI ਜਿਹਦੇ ਵਿੱਚ NS ਕਲਸੀ ਔਰ ਸੁਰੇਸ਼ ਅਰੋੜਾ ਦੀ ਕਮੇਟੀ ਸੀ, ਉਹਨਾਂ ਨੇ ਕਿਹਾ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਹੈ ਇਹਨੂੰ ਫਰਦਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹਦੇ ਤਹਿਤ ਜਿਹੜਾ ਕੋਈ BOI ਨੇ ਕੀਤਾ, ਉਹਨਾਂ ਦੇ ਕਾਨੂੰਨ ਦੇ ਵਿੱਚ ਜੋ ਹਾਈ ਕੋਰਟ 'ਚ ਲਿਖ ਦਿੱਤਾ, ਆਪਾਂ ਉਹਦੇ ਤੋਂ 1 ਇੰਚ ਬਾਹਰ ਨਹੀਂ ਗਏ। NDPS ਐਕਟ ਦੇ ਅਧੀਨ ਜਿਹੜੀ ਪਹਿਲੀ ਧਾਰਾ 25 ਲਗਾਈ ਗਈ ਹੈ, ਉਹ ਉਹਨਾਂ ਮੁਲਜ਼ਮਾਂ ਦੇ ਖਿਲਾਫ ਲਗਾਈ ਜਾਂਦੀ ਹੈ ਜਿਨ੍ਹਾਂ ਨੇ ਨਸ਼ੇ ਦੇ ਕਾਰੋਬਾਰ ਦੇ ਲਈ ਆਪਣੀ ਜ਼ਮੀਨ, ਘਰ, ਕੋਈ ਥਾਂ ਅਤੇ ਵਾਹਨ ਦਿੱਤਾ ਹੋਵੇ। ਇਸ ਤੋਂ ਇਲਾਵਾ ਮਜੀਠੀਆ ਖਿਲਾਫ NDPS ਦੀ ਜਿਹੜੀ ਧਾਰਾ 27A ਲਗਾਈ ਗਈ ਹੈ, ਉਹ ਨਸ਼ੇ ਦੀ ਖੇਤੀ, ਉਤਪਾਦਨ, ਖਰੀਦੋ ਫਰੋਖਤ ਜਾਂ ਸਮਗਲਿੰਗ ਕਰਨ ਅਤੇ ਨਸ਼ੇ ਦੇ ਦੋਸ਼ੀਆਂ ਨੂੰ ਪਨਾਹ ਦੇਣ ਦੀਆਂ ਧਾਰਾਵਾਂ ਨੇ, ਜਿਸ ਦੇ ਵਿੱਚ 10 ਤੋਂ 20 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ 1 ਤੋਂ 2 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਮਜੀਠੀਆ ਖਿਲਾਫ ਜਿਹੜੀ NDPS ਦੀ ਤੀਜੀ ਧਾਰਾ 29 ਜੋੜੀ ਗਈ ਹੈ, ਉਹ ਕਿਸੇ ਨੂੰ ਅਪਰਾਧ ਦੇ ਲਈ ਉਕਸਾਉਣ ਜਾਂ ਖੁਦ ਸਾਜ਼ਿਸ਼ ਦਾ ਹਿੱਸਾ ਹੋਣਾ ਅਜਿਹਾ ਵਿਅਕਤੀ ਸਜ਼ਾਯੋਗ ਹੋਵੇਗਾ। ਚੰਡੀਗੜ੍ਹ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਤਾਂ ਜਿਵੇਂ ਇਹ ਪਰਚਾ ਦਰਜ ਹੋਣ ਵਾਲੀ ਖਬਰ ਸਾਹਮਣੇ ਆਈ ਤਾਂ ਪੰਜਾਬ ਦੇ ਵਿੱਚ ਸਿਆਸੀ ਭੂਚਾਲ ਵੇਖਣ ਨੂੰ ਮਿਲਿਆ। ਲਗਾਤਾਰ ਸਿਆਸੀ ਪ੍ਰਤੀਕਰਮ ਸਾਹਮਣੇ ਆਏ। ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮਹਿਮਾਨ ਜੁੜ ਰਹੇ ਨੇ ਪ੍ਰਾਈਮ ਟਾਈਮ ਦੇ ਵਿੱਚ, ਜੋ ਚਰਚਾ ਕਰਾਂਗੇ ਹਰ ਇੱਕ ਪੁਆਇੰਟ ਦੇ ਉੱਤੇ ਸੰਜੀਦਗੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਏਗੀ, ਕਿਉਂਕਿ ਪੰਜਾਬ ਦੇ ਸਾਹਮਣੇ ਡਰੱਗਸ ਬਹੁਤ ਵੱਡਾ ਮੁੱਦਾ ਹੈ ਤੇ ਲਗਾਤਾਰ ਵਿਰੋਧੀ ਸਰਕਾਰ ਤੇ ਨਿਸ਼ਾਨੇ ਸਾਧਦੇ ਰਹੇ ਨੇ। ਸਰਕਾਰ ਆਪਣੇ ਤਰਕ ਦਿੰਦੀ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਬਿਕਰਮ ਮਜੀਠੀਆ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ED ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ED ਨੇ ਪੁੱਛਗਿੱਛ ਕੀਤੀ ਸੀ, ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਤੇ FIR ਹੋਈ ਹੈ। ਪਹਿਲਾਂ ਮੈਂ ਤਾਰੂਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ, ਉਸ ਤੋਂ ਬਾਅਦ ਚਰਚਾ ਦੀ ਸ਼ੁਰੂਆਤ ਕਰਾਂਗੇ। ਕਮਲਜੀਤ ਬਰਾੜ ਸਾਡੇ ਨਾਲ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਚਰਨਜੀਤ ਬਰਾੜ ਸਾਡੇ ਨਾਲ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਨੀਲ ਗਰਗ ਜੀ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਤੇ ਚੇਤਨ ਜੋਸ਼ੀ BJP ਨੂੰ ਰਿਪਰੈਜ਼ੈਂਟ ਅੱਜ ਦੀ ਇਸ ਚਰਚਾ ਦੇ ਵਿੱਚ ਕਰਨਗੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਚਰਨਜੀਤ ਬਰਾੜ ਜੀ ਤੁਹਾਡੇ ਤੋਂ। ਅਕਾਲੀ ਦਲ ਪੂਰਾ ਦਿਨ ਇਹ ਜ਼ਿਕਰ ਕਰਦਾ ਰਿਹਾ ਕਿ ਬਦਲਾਖੋਰੀ ਦੀ ਸਿਆਸਤ ਹੈ।
ਸਰਕਾਰ ਕਹਿ ਰਹੀ ਹੈ ਕੋਈ ਬਦਲਾਖੋਰੀ ਦੀ ਸਿਆਸਤ ਨਹੀਂ। ਗ੍ਰਹਿ ਮੰਤਰੀ ਕਹਿ ਰਹੇ ਨੇ ਕਾਨੂੰਨ ਦੇ ਮੁਤਾਬਕ ਕਾਰਵਾਈ ਹੈ, ਜੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰੀ ਹੁੰਦੀ ਹੈ ਤਾਂ ਕਰਾਂਗੇ, ਕਾਨੂੰਨ ਦੇ ਮੁਤਾਬਕ ਇਹ ਸਾਰਾ ਕੁਝ ਹੋ ਰਿਹਾ ਹੈ। ਕਿਉਂ ਅਕਾਲੀ ਦਲ ਨੂੰ ਇਹ ਬਦਲਾਖੋਰੀ ਦੀ ਸਿਆਸਤ ਲੱਗ ਰਹੀ ਹੈ? ਦੇਖੋ, ਇੱਕ ਗੱਲ ਨੇ ਕਿ ਜਿੱਥੇ ਵੱਡੀਆਂ ਪਿਛਲੇ 2 ਦਿਨਾਂ ਦੇ 3 ਦਿਨਾਂ ਦੇ ਵਿੱਚ ਵੱਡੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜੀ, ਉਹਨਾਂ ਤੋਂ ਧਿਆਨ ਭਟਕਾਉਣ ਦੇ ਲਈ ਹੈ। ਔਰ ਜਿਹੜਾ 129-30 ਪੇਜ ਦਾ ਵੱਡਾ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉਹਦਾ ਲੋਕ ਹਿਸਾਬ ਮੰਗਣ ਲੱਗੇ ਨੇ ਤੇ ਉਹਦੇ ਤੋਂ ਧਿਆਨ ਭਟਕਾਉਣ ਦੇ ਲਈ ਹੈ, ਇੱਕ ਗੱਲ। ਦੂਜੀ ਗੱਲ, ਗੌਰਵ ਜੀ, ਇਹ ਜਿਹੜੀ FIR ਨੰਬਰ 56 2013 ਦਾ ਇੱਕ ਕੇਸ ਸੀਗਾ, ਜਿਹਦੇ ਨਾਲ ਜੋੜ ਕੇ ਜਿਹੜੀ ਨਵੀਂ FIR ਜਿਹੜੀ ਇੱਕ ਹਵਾਈ ਥਾਣੇ ਦੇ ਵਿੱਚ ਕੀਤੀ ਗਈ ਹੈ, ਔਰ ਉਹਦੇ ਜੇ ਮੈਂ ਤੁਹਾਨੂੰ ਸਾਰੇ ਥੋੜੇ ਜਿਹੇ ਪਾਰਟੀਕੂਲਰ ਦੱਸਾਂ ਤਾਂ ਜਿੰਨੇ ਮੁਲਜ਼ਮ ਸੀ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ। ਜੇਕਰ ਕਿਤੇ ਉਦੋਂ ਵੀ ਐਵੀਡੈਂਸ ਹੁੰਦੀ, ਮੰਨ ਲਓ ਪੁਲਿਸ ਨੇ ਲਿਹਾਜ਼ ਕਰ ਲਈ ਸੀ, ਤੇ ਅਦਾਲਤ ਵੀ 319 ਦੇ ਵਿੱਚ ਸੱਦ ਸਕਦੀ ਸੀ। ਉਸ ਚਲਾਨ ਦੇ ਵਿੱਚ ਵੀ ਕਿਤੇ ਨਾ ਹੁੰਦਾ, 120 ਵੀ ਉਸ FIR ਦੇ ਵਿੱਚ ਲੱਗੀ ਸੀ, ਉਹਦੇ 'ਚ ਵੀ ਕਿਤੇ ਨਾ ਕਿਤੇ ਇਨਵੋਲਵ ਕੀਤਾ ਜਾ ਸਕਦਾ ਸੀ। ਇਹ ਸਿਰਫ ਹੁਣ ਤਾਂ ਜਿਵੇਂ ਕਹਿੰਦੇ ਨਾ ਬਿਜਲੀ ਸਮਝੌਤੇ ਅਸੀਂ ਵਿਧਾਨ ਸਭਾ 'ਚ ਰੱਦ ਕਰਤੇ, ਉਹੋ ਜਿਹੀ ਇਹਨਾਂ ਨੇ FIR ਬਣਾਤੀ ਵੀ ਅਸੀਂ ਕਹਿ ਦਈਏ ਵੀ ਅਸੀਂ ਤਾਂ ਪਰਚਾ ਦਰਜ ਕਰਤਾ ਸੀਗਾ। ਔਰ ਮੈਂ ਇੱਕ ਗੱਲ ਕਹਾਂ, ਸ਼੍ਰੋਮਣੀ ਅਕਾਲੀ ਦਲ ਨਾ ਇਹਨਾਂ ਦੇ ਝੂਠੇ ਪਰਚੇ ਤੋਂ ਡਰਨ ਵਾਲਾ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਨਾ ਇਹਨਾਂ ਦੀਆਂ ਇਹੋ ਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ, ਇੱਕ ਗੱਲ। ਔਰ ਦੂਜੀ ਗੱਲ, ਅੱਜ ਭਾਵੇਂ ਸੁਨੀਲ ਜਾਖੜ ਹੋਣ, ਭਾਵੇਂ ਪ੍ਰਤਾਪ ਬਾਜਵਾ ਹੋਵੇ, ਭਾਵੇਂ ਪ੍ਰਗਟ ਸਿੰਘ ਹੋਣ, ਭਾਵੇਂ ਖੁਦ ਨਵਜੋਤ ਸਿੰਘ ਸਿੱਧੂ ਹੋਣ, ਸੁਰਜੀਤ ਮਾਨ ਹੋਣ, ਕੁਲਬੀਰ ਜੀਰਾ ਹੋਣ, ਇਹਨਾਂ ਨੇ ਖੁਦ ਕਿਹਾ ਕਿ ਨਸ਼ਿਆਂ ਦੀ ਬਹੁਤਾਤ ਜਿਹੜੀ ਆ ਵੱਧ ਗਈ ਹੈ ਉਲਟਾ ਇਸ ਸਰਕਾਰ ਦੇ ਦੌਰਾਨ। ਫਿਰ 4 ਸਾਲ ਤੇ 10 ਮਹੀਨੇ ਹੋ ਗਏ, ਹੁਣ ਤਾਂ ਸਾਡੀ ਸਰਕਾਰ ਨਹੀਂ ਸੀ, ਫਿਰ ਇਹਦਾ ਮਤਲਬ ਹੁਣ ਕੌਣ ਵਿਕਾਉਂਦਾ ਸੀਗਾ? ਠੀਕ ਹੈ। ਮਾਨਯੋਗ ਲੁਧਿਆਣਾ ਅਦਾਲਤ ਦੇ ਵਿੱਚ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ, ED ਦੇ ਵਿੱਚ ਕੇਸ ਚੱਲਿਆ, ਉੱਥੇ ਕੋਈ ਨਹੀਂ ਖਿਲਾਫ ਗਿਆ, ਹਾਈ ਕੋਰਟ ਦੇ ਵਿੱਚ 3 ਵਾਰੀ ਕੇਸ ਗਿਆ, ਉੱਥੇ ਕੋਈ ਨਹੀਂ ਖਿਲਾਫ ਗਿਆ। ਇਸ ਕਰਕੇ ਇਹ ਬਦਲਾਖੋਰੀ ਦੇ ਲਈ ਕੇਸ ਦਰਜ ਕੀਤਾ ਗਿਆ ਹੈ। ਇਹਨੂੰ ਧਰਤੀ ਤੇ ਵੀ ਲੜਾਈ ਲੜਾਂਗੇ ਕਾਂਗਰਸ ਦੇ ਖਿਲਾਫ। ਠੀਕ ਹੈ, ਔਰ ਅਦਾਲਤ ਦੇ ਵਿੱਚ ਮੈਂ ਬਰਾੜ ਸਾਹਿਬ ਤੁਹਾਨੂੰ ਵਿਚਾਲੇ ਰੋਕ ਰਿਹਾ, ਮੈਂ ਇੱਕ ਛੋਟਾ ਜਿਹਾ ਜਵਾਬ ਤੁਹਾਡਾ ਚਾਹਾਂਗਾ। ਤੁਸੀਂ ਕਹਿ ਰਹੇ ਹੋ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਬਾਕੀ ਦੇ ਮੁਲਜ਼ਮ ਸੀ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ, ਇਸ ਕਰਕੇ ਇਹ ਮਾਮਲਾ ਖਤਮ ਹੋ ਗਿਆ ਸੀ, ਹੁਣ ਉਸ ਨੂੰ ਆਧਾਰ ਬਣਾ ਕੇ ਜਿਹੜੀ FIR ਦਰਜ ਕਰ ਦਿੱਤੀ ਗਈ। ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਮੈਂ ਇਹੀ ਕਹਿਣਾ ਕਿ ਜੇ ਐਵੀਡੈਂਸ ਹੁੰਦੀ, ਮੰਨ ਲਓ ਕਿਸੇ ਪੁਲਿਸ ਵਾਲੇ ਨੇ ਵੀ ਲਿਹਾਜ਼ ਕਰਤੀ ਸੀ ਤਾਂ ਮਾਨਯੋਗ ਕੋਰਟ ਨੇ ਤਲਬ ਕਰ ਲੈਣਾ ਸੀ, ਐਡਾ ਵੱਡਾ ਮਾਮਲਾ ਸੀਗਾ। ਇਹ ਕੋਈ ਸਬੂਤ ਨਹੀਂ, ਕੋਈ ਸਿਰ ਨਹੀਂ, ਕੋਈ ਪੈਰ ਨਹੀਂ। 3 ਤਾਂ DGP ਬਦਲਤੇ ਇਸ ਕੇਸ ਨੂੰ ਦਰਜ ਕਰਨ ਪਿੱਛੇ, ਹੋਰ ADGP ਤੇ IG ਕਿੰਨੇ ਬਦਲਤੇ ਆ। ਇੱਥੇ ਜਿਹੜਾ ਥਾਣਾ ਲੱਭਿਆ ਉਹ ਕਹਿੰਦੇ ਥਾਣਾ ਹੈ ਹੀ ਨਹੀਂ, ਉਹ ਜਿਵੇਂ ਸੁੱਕੀਆਂ ਨਹਿਰਾਂ ਤੇ ਪਿਛਲੇ ਦਿਨਾਂ 'ਚ ਨਵਜੋਤ ਸਿੰਘ ਆਈ ਜਾਂਦਾ ਸੀ ਨਾ, ਅੱਗੇ FIR ਕਿੱਥੇ ਦਰਜ ਕੀਤੀ ਹੈ, ਕਿੱਥੇ ਕੋਈ SHO ਹੀ ਹੈ ਨਹੀਂ। FIR ਕਿੱਥੇ ਦਰਜ ਕੀਤੀ ਹੈ? ਜਿੱਥੇ ਕੋਈ ਥਾਣਾ ਬਿਲਡਿੰਗ ਦਾ ਨਾਂ ਹੀ ਹੈ ਨਹੀਂ। ਦੂਜੀ FIR ਕੀਤੀ ਹੈ ਪਹਿਲਾਂ ਪਤਾ ਨਹੀਂ ਕਿਹਦੇ ਖਿਲਾਫ ਇੱਕ ਕੀਤੀ ਹੈ, ਔਰ ਸਿਵਾਏ ਸਿੱਧਾ DGP ਤੋਂ, ਕਿਉਂਕਿ DGP ਤਾਂ ਸਿੱਧੀ ਦੁਸ਼ਮਣੀ ਇੱਕ ਤਰ੍ਹਾਂ ਦੀ ਪਾਲ ਰਿਹਾ ਪਿਛਲੇ ਕੈਪਟਨ ਦੀ ਤੁਹਾਡਾ ਜਵਾਬ ਆ ਗਿਆ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਸਾਰੇ ਆਪਣੇ ਮਹਿਮਾਨਾਂ ਨੂੰ ਇਹ ਰਿਕੁਐਸਟ ਜ਼ਰੂਰ ਕਰੂੰਗਾ ਕਿ ਆਪਾਂ ਆਪਣੇ ਆਪਣੇ ਟਾਈਮ ਦੇ ਵਿੱਚ ਬੋਲੀਏ, ਤਾਂ ਕਿ ਜਿਹੜੇ ਦਰਸ਼ਕ ਜੁੜੇ ਹੋਏ ਨੇ ਇਸ ਸੰਜੀਦਾ ਮੁੱਦੇ ਦੇ ਉੱਤੇ ਗੱਲ ਸਮਝ ਸਕਣ ਕਿ ਪੋਲੀਟੀਕਲ ਪਾਰਟੀਆਂ ਕੀ ਕਹਿਣਾ ਚਾਹੁੰਦੀਆਂ ਨੇ। ਕਮਲਜੀਤ ਬਰਾੜ ਜੀ, ਸਵਾਲ ਸਿੱਧਾ ਜਿਹਾ, ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਉਸ ਮਾਮਲੇ ਨੂੰ ਚੱਕ ਕੇ ਲਿਆਂਦਾ ਗਿਆ ਜਿਸ ਦਾ ਇਹ ਨਹੀਂ ਪਤਾ ਕਿ ਕਿਹੜੇ ਥਾਣੇ 'ਚ ਦਰਜ ਹੋਇਆ। ਇਹ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਹੈ ਕਾਂਗਰਸ ਦੇ ਉੱਤੇ। ਇਲਜ਼ਾਮ ਨੇ ਕਿ ਇਲੈਕਸ਼ਨ ਤੋਂ ਪਹਿਲਾਂ ਬੇਅਦਬੀ ਦਾ ਮੁੱਦਾ ਜਾਂ ਹੋਰ ਜਿਹੜੇ ਮੁੱਦੇ ਨੇ ਜਾਂ ਫਿਰ ਮੈਨੀਫੈਸਟੋ ਜਿਹੜੇ ਵਾਅਦੇ ਨੇ ਉਹਨਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਸਿੱਧਾ ਸਵਾਲ ਹੈ ਕਮਲਜੀਤ ਬਰਾੜ ਜੀ, ਇਲੈਕਸ਼ਨ ਤੋਂ ਠੀਕ ਪਹਿਲਾਂ ਕੀਤੀ ਗਈ ਇਸ ਕਾਰਵਾਈ ਨੂੰ ਚੋਣ ਸਟੰਟ ਕਿਉਂ ਨਾ ਕਿਹਾ ਜਾਵੇ? ਇਹ ਅਕਾਲੀ ਦਲ ਕੀ ਕਹਿੰਦਾ ਹੈ ਇਹਦੇ ਤੇ ਧਿਆਨ ਦੇਣ ਦੀ ਲੋੜ ਨਹੀਂ। ਪੰਜਾਬ ਦੀ 25 ਲੱਖ ਮਾਂ ਕੀ ਕਹਿੰਦੀ ਆ ਉਹਦੇ ਤੇ ਧਿਆਨ ਦੇਣ ਦੀ ਲੋੜ ਆ। ਜਿਨ੍ਹਾਂ ਦੇ ਹਿਰਦਿਆਂ ਨੂੰ ਠੰਡ ਮਿਲੀ ਅੱਜ, ਜਿਨ੍ਹਾਂ ਦੀਆਂ ਅਰਦਾਸਾਂ ਨੂੰ ਬੂਰ ਪਿਆਏ, ਉਹ ਲੱਖਾਂ ਵਿਧਵਾ ਭੈਣਾਂ ਸਾਡੀਆਂ ਜਿਨ੍ਹਾਂ ਦੇ ਸੁਹਾਗ ਇਸ ਇਨਸਾਨ ਕਰਕੇ ਉਜੜੇ ਆ, ਜਿਹੜੀਆਂ ਵਿਧਵਾ ਹੋਈਆਂ ਹੈ, ਉਹਨਾਂ ਦੇ ਹਿਰਦਿਆਂ ਨੂੰ ਠੰਡ ਮਿਲੀ ਆ। ਦੇਰ ਆਏ ਦਰੁਸਤ ਆਏ, ਕੁਦਰਤ ਦੇ ਘਰ, ਰੱਬ ਦੇ ਘਰ ਦੇਰ ਆਂਦੇਰ ਨਹੀਂ। ਲੋਕ ਇਹੋ ਜਿਹੀਆਂ ਗੱਲਾਂ ਚੌਂਕਾਂ ਚਰਾਹਾਂ 'ਚ ਖੜ ਕੇ ਕਰ ਰਹੇ ਆ।
ਅਕਾਲੀ ਦਲ ਛੱਡੋ, ਕਾਂਗਰਸ ਛੱਡੋ, ਆਮ ਆਦਮੀ ਪਾਰਟੀ ਛੱਡੋ, ਕਿਸੇ ਵੀ ਸਿਆਸੀ ਧਿਰ ਦੇ ਕਿਸੇ ਵੀ ਆਮ ਬੰਦੇ ਨੂੰ ਸੁਧਾਰਨ ਨੂੰ ਪੁੱਛ ਲਓ, ਉਹ ਹਰੇਕ ਬੰਦਾ ਇਸ ਗੱਲ ਦਾ ਸਵਾਗਤ ਕਰ ਰਿਹਾ ਕਿ ਦੇਰੀ ਨਾਲ ਲਿਆ ਗਿਆ ਚੰਗਾ ਕਦਮ ਹੈ ਔਰ ਚੰਗਾ ਫੈਸਲਾ ਹੈ। ਔਰ ਜੇ ਮੈਂ FIR ਦੀ ਗੱਲ ਕਰਾਂ, FIR ਦੇ ਵਿੱਚ ਧਾਰਾ 25 ਲੱਗੀ ਆ, ਉਹਦੇ 'ਚ ਕੀ ਹੈ, ਜ਼ਮੀਨ, ਘਰ, ਵਾਹਨ, ਆਪਦੀ ਜਗ੍ਹਾ ਕਿਸੇ ਨੂੰ ਦੇਣੀ, 2 ਨੰਬਰ ਦਾ ਧੰਦਾ ਕਰਨ ਵਾਲੇ ਨੂੰ। ਔਰ ਇਹ ਕਲੀਅਰ ਸੀ ਗੱਲ, ਸੱਤਾ, ਪਿੰਦੀ, ਇਹ ਸਾਰੇ ਇਹਦੀਆਂ ਗੱਡੀਆਂ ਇਹਦੇ ਗਨਮੈਨ ਵਰਤਦੇ ਰਹੇ ਆ। ਧਾਰਾ 27 ਲੱਗੀ ਆ ਕਿ ਉਹਦੇ 'ਚ ਖਰੀਦੋ, 27 ਖਰੀਦੋ ਫਰੋਖਤ ਲਈ ਪੈਸੇ ਦੇਣੇ, ਪਨਾਹ ਦੇਣੀ। ਤੀਜੀ ਧਾਰਾ ਜਿਹੜੀ ਕਮਲਜੀਤ ਬਰਾੜ ਜੀ, ਅਕਾਲੀ ਦਲ ਕਹਿ ਰਿਹਾ ਕਿ ਜਿਸ ਪਰਚੇ ਦਾ ਜ਼ਿਕਰ ਕਰ ਰਹੇ ਹੋ, ਇਹ ਮੁਲਜ਼ਮਾਂ ਨੂੰ ਤਾਂ ਸਜ਼ਾ ਹੋਗੀ ਜਾਂ ਇਹ ਪੂਰਾ ਸੌਟ ਆਊਟ ਹੋ ਗਿਆ, ਪੂਰਾ ਮਾਮਲਾ ਜਿਹੜਾ ਨਿਬੇੜਾ ਹੋ ਗਿਆ ਸੀ? ਜੇਕਰ ਉਸ ਸਮੇਂ ਹੁੰਦਾ ਤਾਂ ਅਦਾਲਤ ਖੁਦ ਤਲਬ ਕਰਦੀ। ਮੇਰੀ ਗੱਲ ਪੂਰੀ ਹੋਣ ਦਿਓ। ਤੀਜੀ ਧਾਰਾ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਬਣਦਾ, ਉਹ ਕੁਦਰਤ ਦਾ ਵਰਤਾਰਾ ਹੈ। ਧਾਰਾ 29 ਲੱਗੀ ਆ, ਅਪਰਾਧ ਲਈ ਉਕਸਾਉਣਾ, ਸਾਜ਼ਿਸ਼ ਦਾ ਹਿੱਸਾ ਬਣਨਾ। ਉਹ ਅੱਜ ਜਿਹੜਾ ਪੋਹ ਦਾ ਮਹੀਨਾ ਚੱਲ ਰਿਹਾ ਨਾ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਖਿਲਾਫ ਜਿਹੜੀ ਸਾਜ਼ਿਸ਼ ਸੁੱਚਾ ਨੰਦ ਨੇ ਰਚੀ ਸੀ, ਸੁੱਚਾ ਨੰਦ ਨੇ ਉਕਸਾਇਆ ਸੀ ਸੂਬੇ ਸਰਹੰਦ ਨੂੰ, ਵਜ਼ੀਰ ਖਾਨ ਨੂੰ। ਇਹ ਕੁਦਰਤ ਦਾ ਵਰਤਾਰਾ। ਉਹਨਾਂ ਦਿਨਾਂ 'ਚ ਆ ਕੇ ਦੇਖੋ ਕਿਵੇਂ ਨਿਯਮ ਕੁਦਰਤ ਦਾ। ਇਹ ਉਕਸਾਉਣ ਵਾਲਾ ਬੰਦਾ ਕਿ ਦਸ਼ਾ ਵੇਚੋ, ਮੈਂ ਬੈਠਾ, ਕੋਈ ਗੱਲ ਹੀ ਨਹੀਂ, ਪਰਵਾਹ ਨਾ ਕਰੋ ਕਿਸੇ ਗੱਲ ਦੀ। ਇਹ ਧਾਰਾ 29 ਉਹ ਤੇ ਲੱਗੀ ਹੈ। ਔਰ ਇਹ ਗੱਲ ਮੇਰੀ ਇਕੱਲੇ ਦੇ ਮੂੰਹ 'ਚੋਂ ਨਹੀਂ, ਇਹ ਹਰੇਕ ਪੰਜਾਬ ਦਾ ਬੱਚਾ ਜਾਣੂ ਆ ਕਿ ਬਿਕਰਮ ਮਜੀਠੀਏ ਦਾ ਕਿਰਦਾਰ ਕੀ ਆ, ਕਿਉਂ ਨਹੀਂ ਉਹਨੂੰ ਹੱਥ ਪਾਇਆ ਜਾਂਦਾ। ਅੱਜ ਉਹੀ ਸੁੱਚਾ ਨੰਦ ਵਾਲੀ ਪਿਰਤੇ ਦੀ ਆਈ ਸਾਹਮਣੇ ਆ ਗਈ ਆ ਕਿ ਇਹਨੇ ਉਕਸਾਇਆ ਉਹਨਾਂ ਸੱਤੇ ਪਿੰਦੀ ਹੋਰਿਆਂ ਨੂੰ। ਜਿਹੜੇ ਬੰਦੇ ਨਾਲ ਦੇ ਸਜ਼ਾ ਕੱਟ ਰਹੇ ਆ, ਉਹਨਾਂ ਨੇ ਨਾਂ ਲਏ ਆ, ਕਿਸੇ ਹੋਰ ਨੇ ਨਹੀਂ ਲਏ। ਜਗਦੀਸ਼ ਭੋਲੇ ਨੇ ਲਿਆ, ਮਨਜਿੰਦਰ ਔਲਖ ਬਿੱਟੂ ਨੇ ਲਿਆ, ਜਗਜੀਤ ਚਾਹਲ ਨੇ ਲਿਆ ਕਿ ਸਾਡਾ ਸੂਡੋ ਐਫਰਿਨ ਜਿਹੜੀ ਡਰੱਗ ਹੈ ਨਾ, ਉਹਦਾ ਰੌਲਾ ਪੈ ਗਿਆ ਸੀ, ਪੈਸਿਆਂ ਦਾ ਰੌਲਾ ਪੈ ਗਿਆ ਸੀ। 35 ਲੱਖ ਦੀ ਗੱਲ ਆਈ ਸੀ ਫੰਡ ਦੀ, ਇਹਨੂੰ ਫੰਡ ਵੀ ਦਿੱਤਾ ਇਲੈਕਸ਼ਨ ਵਿੱਚ। ਔਰ ਉਹ ਰੌਲਾ ਕਿਹਨੇ ਨਿਬੇੜਿਆ ਸੀ? ਉਹ ਖੁਦ ਮੰਨਦੇ ਸੀ ਕਿ ਸਾਡੇ ਵਿੱਚ ਬੈਠ ਕੇ ਬਿਕਰਮ ਮਜੀਠੀਆ ਇਹ ਗੱਲ ਕਬੂਲਿਆ ਸੀ ਕਿ ਬਿਕਰਮ ਮਜੀਠੀਏ ਨੇ ਇਹ ਗੱਲ ਸਾਡਾ ਰਾਜੀਨਾਮਾ ਕਰਾਇਆ। 26/12/2014 ਨੂੰ ਬਿਕਰਮ ਮਜੀਠੀਆ ਈਡੀ ਦੇ ਮੂਹਰੇ ਬਿਆਨ ਦਿੰਦਾ ਕਿ ਹਾਂ ਸ਼ਾਇਦ ਮੇਰੇ ਘਰੇ ਆਉਂਦੇ ਹੋਣਗੇ ਜਾਂ ਮੇਰੇ ਘਰੇ ਰਹਿੰਦੇ ਹੋਣ, ਸ਼ਾਇਦ ਭੋਲਾ ਬਣ ਕੇ ਬਿਆਨ ਦੇ ਰਿਹਾ। ਤੇ ਉਸੇ ਨਿਰੰਜਨ ਸਿੰਘ ਦਾ ਅਗਲੀ ਰਾਤ ਤਬਾਦਲਾ ਹੋ ਜਾਂਦਾ ਈਡੀ ਦੇ ਡਾਇਰੈਕਟਰ ਦਾ। ਇਹ ਗੱਲਾਂ ਧਿਆਨ ਮੰਗਦੀਆਂ ਨੇ। ਚਲੋ ਅਕਾਲੀ ਦਲ ਕੀ ਕਹਿੰਦਾ ਇਹਦੇ ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ। ਔਰ ਇਹ ਗੱਲਾਂ, ਇਹ ਦੇਖੋ, ਇਹ ਸਭ ਤੋਂ ਵੱਡਾ ਮੁੱਦਾ ਸੀ। ਇਹ ਚੌੜੇ ਹੋ ਕਹਿੰਦੇ ਸੀ ਕਿ ਹੱਲ ਕਰੋ, ਤੁਸੀਂ ਕਰਦੇ ਕਿਉਂ ਨਹੀਂ? ਤੁਹਾਡੀ ਸਰਕਾਰ ਹੈ। ਅੱਜ ਅਦਾਲਤਾਂ ਨੇ, ਸਰਕਾਰਾਂ ਨੇ ਇਨਸਾਫ ਦਿੱਤਾ, ਚੀਕਾਂ ਕਿਉਂ ਮਾਰਦੇ ਹੋ? ਧੱਕੇਸ਼ਾਹੀ ਦੀ ਜਿਹੜੀ ਗੱਲ ਕਰਦੇ ਹੋ, ਆ ਜਿਹੜਾ ਅਕਾਲੀ ਦਲ ਦਾ ਬੁਲਾਰਾ ਕਹਿ ਰਿਹਾ ਕਿ ਅਸੀਂ ਡਰਦੇ ਨਹੀਂ, 1 ਮਿੰਟ ਪੂਰੀ ਗੱਲ ਹੋਣ ਦਿਓ। ਇਹ ਕਹਿੰਦਾ ਅਸੀਂ ਡਰਦੇ ਨਹੀਂ, ਅਕਾਲੀ ਦਲ ਦਾ ਬੁਲਾਰਾ ਬੋਲ ਰਿਹਾ ਕਿ ਅਸੀਂ ਡਰਦੇ ਨਹੀਂ। ਉਹ ਭਾਈ ਤੂੰ ਨਾ ਕਹਿ ਡਰਦੇ ਨਹੀਂ, ਤੇਰੇ ਤੇ ਤਾਂ ਡਰਾ ਕੇ ਹੀ ਪਰਚਾ ਕਰਕੇ ਤੈਨੂੰ ਨਾ ਰਲਾਇਆ ਇਹ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਤੂੰ ਡਰ ਕੇ ਛੱਡਿਆ ਹੈ। ਤੈਨੂੰ ਡੰਡਾ ਵਿਖਾਇਆ ਸੀ। ਚਰਨਜੀਤ ਜੀ ਨਾ ਪਰਸਨਲ ਨਾ ਹੋਈਏ ਤਾਂ ਕਿ ਗੱਲਬਾਤ ਹੋ ਸਕੇ, ਗੱਲਬਾਤ ਹੋ ਸਕੇ। ਪਰਸਨਲ ਨਾ ਹੋਈਏ, ਮੈਂ ਦੋਨੋਂ ਰਿਕਵੈਸਟ ਕਰੂੰਗਾ। ਚਰਨਜੀਤ ਵੀਰ ਨਾ ਚਰਨਜੀਤ ਵੀਰ ਨਾ ਬੋਲ, ਚਰਨਜੀਤ ਵੀਰ ਨਾ ਮੇਰਾ ਭਰਾ ਹੈ। ਠੀਕ ਹੈ, ਕੰਪਲੀਟ ਕਰ ਲਓ। ਬੋਲਣਾ ਸਰ ਜੀ, ਕੰਪਲੀਟ ਕਰੋ ਇੱਕ ਵਾਰੀ ਪਲੀਜ਼। ਉਹ ਬੋਲਣਾ ਸਰ, ਚਰਨਜੀਤ ਬਰਾੜ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਥੋੜਾ ਜਿਹਾ ਸਮਾਂ ਦਿਓ। ਮੈਂ 10 ਸੈਕਿੰਡ ਤੁਹਾਡੇ ਕੋਲ ਆ ਰਿਹਾ, ਇੱਕ ਵਾਰੀ ਗੱਲ ਕੰਪਲੀਟ ਕਰ ਲਓ। ਪਤਾ ਨਹੀਂ ਹੈ ਉਹ ਬੋਲਣਾ ਸਿੱਖ, ਮੇਰੀ ਗੱਲ ਕੰਪਲੀਟ ਹੋਣ ਦੇ। ਤੇਰੇ ਬਾਪੂ ਦਾ ਪਰਚਾ ਹੋਇਆ ਸੁਖਦੇਵ ਸਿੰਘ, ਮੈਂ ਤਾਂ ਹੀ ਤੇਰਾ ਬਾਪ 3 ਮਹੀਨੇ ਆਪਸ ਦੇ ਵਿੱਚ ਆਪਾਂ ਰੌਲਾ ਨਾ ਪਾ ਲਈਏ ਤਾਂ ਕਿ ਲੋਕਾਂ ਨੂੰ ਗੱਲ ਸਮਝ ਆਵੇ। ਜੇ ਰੌਲਾ ਪੈ ਜਾਂਦਾ ਫਿਰ ਗੱਲ ਸਮਝ ਨਹੀਂ ਆਉਂਦੀ। ਗੌਰਵ ਜੀ, ਆਪਾਂ ਇਹਦੀ ਗੱਲ ਸੁਣੀ ਆ, ਇਹ ਕਿਉਂ ਨਹੀਂ ਸੁਣਦਾ? ਠੀਕ ਹੈ ਚਰਨਜੀਤ ਜੀ, ਥੋੜਾ ਜਿਹਾ ਇੰਤਜ਼ਾਰ ਕਰੋ, ਤੁਸੀਂ ਆਪਣੀ ਗੱਲ ਰੱਖਿਓ, ਬੇਫਿਕਰ ਰਹੋ, ਸਮਾਂ ਤੁਹਾਨੂੰ ਪੂਰਾ ਮਿਲੇਗਾ। ਮੈਂ ਆਪਣੀ ਮਰਜ਼ੀ ਨਾਲ ਕਿਉਂ ਨਾ, ਆਪਣੀ ਮਰਜ਼ੀ ਨਾਲ ਕੀਤਾ। ਤੇਰੇ ਕੈਪਟਨ ਅਮਰਿੰਦਰ ਨੇ 4 ਪਰਚੇ ਦਰਜ ਕੀਤੇ ਸੀ, ਅੱਜ ਤੱਕ ਨਹੀਂ ਮੈਂ ਕਿਸੇ ਦੇ ਦਰ ਤੇ ਗਿਆ। ਇੱਕ ਸੈਕਿੰਡ ਨਹੀਂ, ਰਿਕੁਐਸਟ ਹੈ ਇਸ ਤਰੀਕੇ ਨਾਲ ਨਾ ਹੋਵੇ। ਕਮਲਜੀਤ ਜੀ ਕੰਪਲੀਟ ਕਰ ਲਓ ਪਲੀਜ਼, ਤੁਸੀਂ ਨਿੱਜੀ ਨਾ ਹੋਵੋ ਕਿਸੇ ਦੇ ਉੱਤੇ। ਮੈਂ ਤੇਰੇ ਤੇ ਮਾਈਨਿੰਗ ਚੋਰੀ ਦਾ ਪਰਚਾ ਦਰਜ ਹੋਇਆ। ਚੁੱਪ ਤਾਂ ਕਰਾ ਲਓ ਇਹਨੂੰ, ਕੁਝ ਦਿਨ ਪਹਿਲਾਂ ਚੁੱਪ ਤਾਂ ਕਰਾ ਲਓ ਇਹਨੂੰ, ਚੁੱਪ ਕਰ ਜਾ। ਨਹੀਂ ਦੇਖੋ, ਮੈਂ ਤਾਂ ਦੋਵਾਂ ਨੂੰ ਰਿਕੁਐਸਟ ਕਰ ਸਕਦਾ ਨਾ, ਚੁੱਪ ਭੱਜੀ ਨਾ ਹੁਣ, ਚੁੱਪ ਕਰ। ਦੋਵੇਂ ਬਹੁਤ ਸੀਨੀਅਰ ਹੋ, ਮੈਂ ਰਿਕੁਐਸਟ ਕਰ ਸਕਦਾ। ਠੀਕ ਹੈ, ਇੱਕ ਸੈਕਿੰਡ ਪਲੀਜ਼, ਤੈਨੂੰ ਵੀ ਦੱਸਾਂਗੇ ਜਿੰਨੀਆਂ ਤੂੰ ਗੱਲਾਂ ਕੀਤੀਆਂ। ਠੀਕ ਹੈ ਗੌਰਵ ਜੀ, ਠੀਕ ਹੈ, ਥੋੜਾ ਜਿਹਾ ਹੋਲਡ ਕਰੋ। ਇਹਨੂੰ ਭਰਾਵਾ ਗੱਲ ਸੁਣੋ, ਗੱਲ ਕਰਨੀ ਹੈ ਤਾਂ ਮੇਰੇ ਨਾਲ ਮੈਨੂੰ ਆਇਆ ਦੱਸ। ਤੁਸੀਂ ਫालतू ਬੋਲਣ ਦੀ ਲੋੜ ਨਹੀਂ ਪਲੀਜ਼, ਗੱਲ ਸੁਣ ਵੀਰ, ਤੁਸੀਂ ਦੋਵੇਂ ਹੋਲਡ ਕਰੋ ਇੱਕ ਵਾਰੀ ਨਾ। ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਦਾ, ਮੈਂ ਵਾਪਸ ਆਉਂਗਾ। ਚਰਨਜੀਤ ਬਰਾੜ ਜੀ, ਕਮਲਜੀਤ ਬਰਾੜ ਜੀ, ਤੁਸੀਂ ਦੋਵੇਂ ਇੱਕ ਵਾਰੀ ਹੋਲਡ ਕਰੋ। ਆਪਾਂ ਚਰਚਾ ਨੂੰ ਅੱਗੇ ਵਧਾਈਏ ਤਾਂ ਕਿ ਗੱਲਬਾਤ ਹੋ ਸਕੇ। ਆਮ ਆਦਮੀ ਪਾਰਟੀ ਦਾ ਮੈਂ ਰੁਕ ਕਰਦਾ ਹਾਂ, ਨੀਲ ਗਰਗ ਜੀ ਸਾਡੇ ਨਾਲ ਨੇ। ਠੀਕ ਹੈ ਸਰ, ਥੋੜਾ ਜਿਹਾ ਹੋਲਡ ਕਰੋ ਨਾ, ਫਿਰ ਗੱਲ ਨਹੀਂ ਹੋਏਗੀ ਇਸ ਤਰ੍ਹਾਂ। ਇਹਦਾ ਸਮਾਂ ਲੰਘ ਜਾਏਗਾ, ਤੁਹਾਨੂੰ ਵੀ ਪਤਾ ਬੜਾ ਲਿਮਿਟਡ ਜਿਹਾ ਟਾਈਮ ਹੁੰਦਾ ਹੈ। ਨੀਲ ਗਰਗ ਜੀ, ਸਵਾਲ ਸਿੱਧਾ ਜਾਏ, ਕਿੰਨੀ ਮਜ਼ਬੂਤ ਤੁਹਾਨੂੰ ਕਾਨੂੰਨੀ ਪੱਖ ਤੋਂ ਇਹ FIR ਨਜ਼ਰ ਆ ਰਹੀ ਹੈ? ਆਮ ਆਦਮੀ ਪਾਰਟੀ ਦੀਆਂ ਸਟੇਟਮੈਂਟਸ ਸਾਨੂੰ ਯਾਦ ਨੇ, ਪੰਜਾਬੀਆਂ ਨੂੰ ਯਾਦ ਹੋਣਗੀਆਂ, ਜਿਹੜੀਆਂ 5-7-10 ਦਿਨਾਂ ਪਹਿਲਾਂ ਤੁਸੀਂ ਦਿੱਤੀਆਂ ਕਿ ਪਰਚਾ ਹੋਏਗਾ, ਗ੍ਰਿਫਤਾਰੀ ਹੋਏਗੀ, ਅਗਲੇ ਦਿਨ
ਬੇਲ ਹੋ ਜਾਏਗੀ, ਯਾਨੀ ਜ਼ਮਾਨਤ ਹੋ ਜਾਏਗੀ। ਕਿੰਨੀ ਕਾਨੂੰਨੀ ਪੱਖ ਤੋਂ ਇਹ ਤੁਹਾਨੂੰ ਮਜ਼ਬੂਤ FIR ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ? ਗੌਰਵ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। 8 ਦਸੰਬਰ 2021 ਨੂੰ ਹੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ। ਅਸੀਂ ਉਸ ਦੇ ਵਿੱਚ ਵੀ ਇਹ ਸ਼ੰਕਾ ਜ਼ਾਹਰ ਕੀਤੀ ਸੀ ਕਿ ਕਿਉਂਕਿ ਹੁਣ ਚੋਣਾਂ ਦਾ ਜਿਹੜਾ ਟਾਈਮ ਹੈ ਉਹ ਨੇੜੇ ਹੈਗਾ, ਸਟੰਟ ਖੇਡਿਆ ਜਾਏਗਾ, ਖਾਨਾ ਪੂਰਤੀ ਕੀਤੀ ਜਾਏਗੀ, ਗਊਗਲੋਂ ਤੋਂ ਮਿੱਟੀ ਝਾੜੀ ਜਾਏਗੀ, ਕੇਸ ਬਣਾਇਆ ਜਾਏਗਾ, ਪਰ ਕੇਸ ਇੰਨਾ ਵੀਕ ਹੋਏਗਾ ਜਿਹੜੀ ਕਿ ਅਗਲੇ ਦਿਨ ਅਦਾਲਤ ਦੇ ਵਿੱਚ ਠਹਿਰ ਹੀ ਨਹੀਂ ਸਕੇਗਾ। ਇਹ ਚੀਜ਼ ਅਸੀਂ ਇਸ ਦੇ ਤਜਰਬੇ ਦੇ ਆਧਾਰ ਤੇ ਆਖੀ ਸੀ, ਕਿਉਂਕਿ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਵੀ ਜਿਹੜਾ ਇਹਨੇ ਦੀਆਂ ਬਾਦਲਾਂ ਦੀਆਂ ਬਾਦਲ ਖਿਲਾਫ ਜਿਹੜੇ ਐਕਸ਼ਨ ਲਿਆ ਸੀ, ਉਹ ਕਿਸ ਤਰੀਕੇ ਨਾਲ ਲੱਗੇ ਜਾ ਕੇ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਇੱਕ ਪਲ ਵੀ ਨਹੀਂ ਟਿਕ ਸਕਿਆ, ਇਸੇ ਤਰ੍ਹਾਂ ਇਸ ਕੇਸ ਦਾ ਨਿਪਟਾਰਾ ਵੀ ਜਿਹੜਾ ਹੋਣ ਵਾਲਾ ਹੈ। ਲੋਕ ਚਾਹੁੰਦੇ ਤਾਂ ਇਹ ਹੈਗੇ ਸੀ ਕਿ ਜਿਹੜੀ ਕਾਂਗਰਸੀ ਸਰਕਾਰ ਜਿਹਨੇ 16 ਮਾਰਚ 2017 ਨੂੰ ਸਹੁੰ ਚੁੱਕੀ ਸੀ, ਉਹ ਇੱਕ ਕਾਰਵਾਈ ਕਰਦੀ, ਕਿ ਉਹ ਕਾਰਵਾਈ ਕਰਨੀ ਬਣਦੀ ਵੀ ਸੀ, ਕਿਉਂਕਿ ਇਹਨਾਂ ਨੇ ਇਸ ਮੁੱਦੇ ਦੇ ਉੱਤੇ ਗੁਟਕਾ ਸਾਹਿਬ ਦੀ ਸਹੁੰ ਵੀ ਚੁੱਕੀ ਸੀ। ਅੱਜ ਜਿਹੜੇ ਮੰਤਰੀ ਹੈਗੇ ਆ, ਉਹ ਮੰਤਰੀ ਉਸ ਵਕਤ ਸਟੇਜ ਦੇ ਉੱਤੇ ਵੀ ਹੈਗੇ ਸੀ ਸਹੁੰ ਚੁੱਕਣ ਵੇਲੇ, ਤਾਂ ਇਹਨਾਂ ਦਾ ਫਰਜ਼ ਵੀ ਬਣਦਾ ਸੀ। ਲੇਕਿਨ ਅੱਜ ਸਵਾਲ ਸਾਡਾ ਇਸ ਤੋਂ ਅੱਗੇ ਜਾ ਕੇ ਵੀ ਹੈਗਾ ਕਿ ਚਲੋ ਮਜੀਠੀਆ ਦੇ ਖਿਲਾਫ ਤੇ ਤੁਸੀਂ FIR ਦਰਜ ਕਰ ਦਿੱਤੀ, ਉਹਨਾਂ ਲੋਕਾਂ ਦੇ ਖਿਲਾਫ FIR ਦਰਜ ਕਦੋਂ ਹੋਏਗੀ ਜਿਹੜੇ ਹੁਣ ਤੱਕ ਮਜੀਠੀਆ ਨੂੰ ਬਚਾਉਂਦੇ ਰਹੇ ਨੇ? ਨੰਬਰ 1। ਨੰਬਰ 2, ਇਹਨਾਂ 5 ਸਾਲਾਂ ਦੇ ਵਿੱਚ ਵੀ ਜਿਹੜੇ ਹੈਗੇ ਲੱਖਾਂ ਨੌਜਵਾਨ ਜਿਹੜੇ ਹੈ ਉਹ ਨਸ਼ੇ ਦਾ ਸ਼ਿਕਾਰ ਹੋ ਗਏ, ਜਿਹਦੀ ਜਿਹੜੀ ਕਿ ਪ੍ਰੋੜਤਾ ਜਿਹੜੇ ਕਾਂਗਰਸ ਦੇ ਆਪਣੇ ਲੀਡਰ ਬਾਰ-ਬਾਰ ਜਿਹੜੇ ਹੈਗੇ ਆ ਉਹ ਸਟੇਜਾਂ ਤੋਂ ਕਰਦੇ ਰਹੇ ਹੈਗੇ ਆ। ਹੁਣ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਇਹਨਾਂ 5 ਸਾਲਾਂ ਦੇ ਵਿੱਚ ਮੇਰਾ ਸਵਾਲ ਮੈਂ ਤਾਂ ਹੀ ਜਾਣਨਾ ਚਾਹ ਰਿਹਾ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ। ਉਮੀਦ ਹੈ ਤੁਸੀਂ FIR ਦੀ ਕਾਪੀ ਤੁਹਾਡੇ ਕੋਲ ਪਹੁੰਚੀ ਹੋਏਗੀ, ਤੁਸੀਂ ਪੜ੍ਹੀ ਹੋਏਗੀ। ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਤਫਸੀਲ ਦੇ ਨਾਲ ਇਸ ਨੂੰ ਪੜ੍ਹਨ ਦੀ ਕਿ ਇਸ ਦੇ ਵਿੱਚ ਕੀ ਕੁਝ ਲਿਖਿਆ ਗਿਆ। ਮੈਂ ਤੁਹਾਨੂੰ ਇਹੀ ਪੁੱਛ ਰਿਹਾ ਕਿ ਧਾਰਾ 25, 27A ਤੇ 29 ਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਸਟੈਂਡ ਨਹੀਂ ਕਰ ਪਾਏਗੀ, ਅਗਲੇ ਦਿਨ ਹੀ ਜ਼ਮਾਨਤ ਹੋ ਜਾਣੀ ਹੈ ਇਹ 'ਚ? ਦੇਖੋ ਗੌਰਵ ਜੀ, ਜਿਹੜਾ ਹੈਗਾ ਮੈਂ FIR ਨਹੀਂ ਪੜ੍ਹੀ, 49 ਪੇਜਾਂ ਦੀ FIR ਹੈ, ਤੁਸੀਂ ਦੱਸਿਆ ਵੀ ਹੈ, ਬਰਾੜ ਸਾਹਿਬ ਹੋਰਾਂ ਵੀ ਦੱਸਿਆ, ਇਵਨ ਕਮਲਜੀਤ ਬਰਾੜ ਹੋਰਾਂ ਵੀ ਦੱਸਿਆ ਹੈਗਾ। ਪਰ ਇੱਕ ਸਿੰਪਲ ਜੀ ਗੱਲ ਹੈਗੀ ਹੈ, NDPS ਦਾ ਇੱਕ ਐਕਟ ਜਦੋਂ ਲੱਗ ਜਾਂਦਾ ਹੈਗਾ, ਇੱਕ ਸਧਾਰਨ ਮਨੁੱਖ ਨੂੰ ਜਦੋਂ ਫੜ ਲਿਆ ਜਾਂਦਾ, ਜਦੋਂ ਕਿ ਪਿਛਲੇ ਦਿਨਾਂ 'ਚ ਉਹ ਲੋਕ ਜਿਹੜੇ ਨਸ਼ਾ ਕਰਦੇ ਸੀ, ਵੇਚਦੇ ਨਹੀਂ ਹੋਣੇ ਹੈ, ਉਹਨਾਂ ਨੂੰ ਫੜ ਕੇ ਵੀ ਜਦੋਂ ਲੱਗ ਰਿਹਾ ਕਿ ਮਜ਼ਬੂਤ ਹੈ 6 ਮਹੀਨੇ, ਸੁਣੋ ਮੇਰੀ ਗੱਲ, ਉਹਨਾਂ ਨੂੰ ਵੀ 6 ਮਹੀਨੇ ਤੋਂ ਪਹਿਲਾਂ ਜ਼ਮਾਨਤ ਨਹੀਂ ਮਿਲਦੀ ਸੀ। ਇਹ ਤੁਸੀਂ ਦੇਖ ਲੈਣਾ ਅਦਾਲਤ ਦੇ ਵਿੱਚ ਜਿਸ ਦਿਨ ਜਾਏਗਾ ਇਹਦਾ ਹੱਲ ਕੀ ਹੋਏਗਾ, ਹਾਲਾਤ ਕੀ ਹੋਣਗੇ ਇਸ ਕੇਸ ਦੇ, ਤੁਹਾਡੇ ਸਾਹਮਣੇ ਹੋਏਗਾ। ਔਰ ਹਰਪ੍ਰੀਤ ਸੰਧੂ ਦੀ ਜਿਹੜੀ ਰਿਪੋਰਟ ਹੈ ਕੋਈ ਨਵੀਂ ਰਿਪੋਰਟ ਥੋੜੋ ਹੈ, ਇਹ ਕਾਰਵਾਈ ਜਿਹੜੀ ਅੱਜ ਕੀਤੀ ਹੈ ਅੱਜ ਤੋਂ 3 ਸਾਲ ਪਹਿਲਾਂ ਵੀ ਹੋ ਸਕਦੀ ਸੀ, ਉਦੋਂ ਕਾਰਵਾਈ ਕਿਉਂ ਨਹੀਂ ਕੀਤੀ? ਇਸ ਕਰਕੇ ਅਸੀਂ ਸ਼ੱਕ ਜ਼ਾਹਰ ਕਰਦੇ ਹਾਂ, ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕਾਰਵਾਈ ਕੀਤੀ ਕੇਸ ਹੈ। ਠੀਕ ਹੈ, ਉਹ ਤਾਂ ਕਾਂਗਰਸੀ ਖੁਦ ਕਹਿ ਰਹੇ ਨੇ। ਮੈਂ ਕਮਲਜੀਤ ਜੀ ਦਾ ਇਸ ਦੇ ਉੱਤੇ ਰਿਐਕਸ਼ਨ ਚਾਹੂੰਗਾ, ਪਰ ਉਸ ਤੋਂ ਪਹਿਲਾਂ ਚੇਤਨ ਜੋਸ਼ੀ ਜੀ ਤੁਹਾਡਾ ਇੱਕ ਰਿਐਕਸ਼ਨ। ਬੀਜੇਪੀ ਨੂੰ ਕੀ ਲੱਗ ਰਿਹਾ ਹੈ, ਬਦਲਾਖੋਰੀ ਦੀ ਸਿਆਸਤ ਹੈ ਕਿ ਨਹੀਂ ਹੈ? ਕੈਪਟਨ ਨੂੰ ਤਾਂ ਲੱਗ ਰਿਹਾ ਹੈ, ਤੁਹਾਡੇ ਬਹੁਤ ਨੇੜੇ ਨੇ ਅੱਜ ਕੱਲ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਤਾਂ ਲੱਗ ਰਿਹਾ ਕਿ ਨਹੀਂ, ਇਹ ਤਾਂ ਐਵੇਂ ਧੱਕੇ ਨਾਲ FIR ਕਰ ਦਿੱਤੀ। ਦੇਖੋ, ਕਾਨੂੰਨ ਆਪਣਾ ਕੰਮ ਜੇ ਕਰ ਰਿਹਾ ਤੇ ਕਾਨੂੰਨ ਨੂੰ ਆਪਣਾ ਕੰਮ ਬੜੇ ਧਿਆਨ ਨਾਲ ਤੇ ਬੜੇ ਬਿਲਕੁਲ ਹਰ ਚੀਜ਼ ਤੋਂ ਦੂਰ ਹੋ ਕੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਜੇ ਕਾਨੂੰਨ ਆਪਣਾ ਕੰਮ ਕਰਦਾ ਪਿਆ। ਅਸੀਂ ਇੱਥੇ ਇਹੋ ਗੱਲ ਕਹਿੰਦੇ ਆ ਕਿ ਜੇਕਰ ਕਿਸੇ ਨੇ ਵਾਕਈ ਕੋਈ ਗੁਨਾਹ ਕੀਤਾ ਵਾ ਇਦਾਂ ਦਾ ਡਰੱਗਸ ਦੇ ਮਾਮਲਿਆਂ ਦੇ ਵਿੱਚ, ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ, ਚਾਹੇ ਉਹਦਾ ਰਾਜਨੀਤਿਕ ਕੱਦ ਕਿੱਡਾ ਵੱਡਾ ਕਿਉਂ ਨਾ ਹੋਵੇ। ਲੇਕਿਨ ਇੱਥੇ ਇੱਕ ਸਵਾਲ ਇਹ ਕੀਤਾ ਜਾ ਰਿਹਾ ਕਿ 4.5 ਪੌਣੇ 5 ਸਾਲ ਨਿਕਲ ਚੁੱਕੇ ਨੇ, ਅੱਜ ਹੀ ਕਿਉਂ ਸੂਬਾ ਸਰਕਾਰ ਨੂੰ ਲੋੜ ਪਈ ਇਸ ਦੇ ਉੱਤੇ ਕਾਰਵਾਈ ਕਰਨ ਦੀ? ਕਿਤੇ ਇਹ ਚੀਜ਼ ਰਾਜਨੀਤੀ ਨਾਲ ਪ੍ਰੇਰਿਤ ਹੋ ਨਾ ਜਾਵੇ। ਦੇਖੋ, ਇਹਦੇ 'ਚ ਕੋਈ ਇਹਨਾਂ ਨੇ ਮੱਲਾ ਮਾਰਨ ਵਾਲੀ ਗੱਲ ਨਹੀਂ ਕਹਿ ਰਹੇ ਜੀ ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ। ਇਹ ਤਾਂ ਕਾਨੂੰਨ ਦੀ ਇੱਕ ਸਿੱਧੀ ਸਿੱਧੀ ਕਾਰਵਾਈ ਆ। ਕਾਨੂੰਨ ਨੂੰ ਜੋ ਨਜ਼ਰ ਆਇਆ ਉਹਨੇ ਉਹਦੇ ਮੁਤਾਬਕ ਜੇ ਇਮਾਨਦਾਰੀ ਨਾਲ ਕੰਮ ਕੀਤਾ, ਪਹਿਲੀ ਗੱਲ, ਤੇ ਫਿਰ ਤੇ ਅਸੀਂ ਕਹਿੰਦੇ ਕਾਨੂੰਨ ਨੂੰ ਆਪਣਾ ਕੰਮ ਕਰ ਲੈਣ ਦਿਓ। ਇਹਦੇ ਵਿੱਚ ਕਾਂਗਰਸ ਸਰਕਾਰ ਦੇ ਕੋਲ ਤਾਂ ਹੋਰ ਵੀ ਬੜੇ ਮੁੱਦੇ ਹੈਗੇ ਨੇ ਜਿਹਦੇ ਉੱਤੇ ਕਾਂਗਰਸ ਸਰਕਾਰ ਫੇਲ ਹੁੰਦੀ ਵੀ ਨਜ਼ਰ ਆ ਰਹੀ ਹੈ, ਕਿਉਂਕਿ ਪੌਣੇ 5 ਸਾਲ ਨਿਕਲਣ ਤੋਂ ਬਾਅਦ ਅੱਜ ਜੇ ਇਹ ਚੀਜ਼ ਹੋਣ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਰਾਜਨੀਤਿਕ ਮੁੱਦਾ ਨਜ਼ਰ ਜ਼ਰੂਰ ਆ ਰਿਹਾ। ਦੂਸਰਾ, ਮੈਂ ਇਹਦੇ ਵਿੱਚ ਜਿਹੜੀ FIR ਦੀ ਕਾਪੀ ਪੜ੍ਹੀ ਹੋਈ ਆ, ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਸੂਬਾ ਸਰਕਾਰ ਦੇ ਵਾਸਤੇ ਤਾਂ ਮੈਂ ਨਹੀਂ ਕਹਿੰਦਾ, ਲੇਕਿਨ FIR ਕੱਟਣ ਵਾਲੀ ਜਿਹੜੀ ਵੀ ਸਾਡੀ ਜਿਹੜੇ ਵੀ ਜਿਨ੍ਹਾਂ ਨੇ FIR ਬਣਾਈ ਹੋਈ ਆ, ਉਹਨਾਂ 2-3 ਕੁਐਸਚਨ ਆਉਂਦੇ ਨੇ ਬੜੇ ਵੱਡੇ ਵੀ। ਇੱਕ ਤੇ IO ਨਜ਼ਰ ਨਹੀਂ ਆਇਆ ਸਾਨੂੰ ਵੀ ਉਹ ਕਿਸ ਆਧਾਰ ਦੇ ਉੱਤੇ ਇਹਨਾਂ ਨੇ ਕੀਤਾ। ਹਾਂ, ਲੇਕਿਨ ਇਹ ਕਹਿ ਸਕਦੇ ਨੇ ਕਿ ਅਸੀਂ ਕੱਟ ਸਕਦੇ ਕਿਉਂਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਰਹੇ ਨੇ। ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੇਕਰ ਕੋਈ ਨਸ਼ਾ ਵੇਚਣ ਵਾਲੇ, ਡਰੱਗਸ ਵੇਚਣ ਵਾਲੇ ਜਾਂ ਇਦਾਂ ਦੇ ਲੋਕਾਂ ਦੇ ਉੱਤੇ ਕਾਰਵਾਈਆਂ ਕਰਦੇ ਨੇ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਾਨੂੰਨ ਦੇ ਨਾਲ ਆ। ਔਰ ਅਸੀਂ ਇਹ ਚਾਹੁੰਦੇ ਆ ਕਿ ਜਿਨ੍ਹਾਂ ਨੇ ਮਾਵਾਂ ਦੀਆਂ ਕੁੱਖਾਂ ਜਾੜ ਦਿੱਤੀਆਂ, ਜਿਨ੍ਹਾਂ ਨੇ ਸਾਡੇ ਘਰ ਉਜਾੜ ਦਿੱਤੇ ਨੇ, ਤੁਸੀਂ ਸੌਫਟ ਜੀ, ਤੁਸੀਂ ਬਦਲਾਖੋਰੀ ਦੇਖਦੇ ਹੋ ਇਸ ਨੂੰ ਕਿ ਨਹੀਂ? ਅਕਾਲੀ ਦਲ ਨੂੰ ਲੱਗਦਾ ਬਦਲਾਖੋਰੀ ਹੈ?
ਦੇਖੋ ਬਦਲਾਖੋਰੀ ਦੀ ਭਾਵਨਾ ਵਿੱਚ ਮੈਂ ਤਾਂ ਕਹਿ ਸਕਦਾ ਵਾਂ ਵੀ ਜੇਕਰ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਚੀਜ਼ਾਂ ਨਜ਼ਰ ਆਉਂਦੀਆਂ ਜੇ ਤੇ ਉਹਦੇ ਵਿੱਚ ਗਿਲਟ ਫੀਲ ਹੁੰਦੀ ਹੈ ਇਹਨਾਂ ਨੂੰ ਮਜੀਠੀਆ ਸਾਹਿਬ ਨੂੰ, ਫਿਰ ਇਹ ਬਦਲਾਖੋਰੀ ਦੀ ਭਾਵਨਾ ਨਹੀਂ ਹੋਏਗੀ। ਲੇਕਿਨ ਜੇ ਉਹ ਨਹੀਂ ਨਜ਼ਰ ਆਉਂਦੀ ਤੇ ਫਿਰ ਕਿਤੇ ਨਾ ਕਿਤੇ ਇਹ ਰਾਜਨੀਤਿਕ ਬਦਲਾਖੋਰੀ ਬਣ ਸਕਦੀ ਆ। ਲੇਕਿਨ ਇਹ ਪਤਾ ਲੱਗੇਗਾ ਜਦੋਂ ਤੁਸੀਂ ਸੇਫ ਖੇਲ ਰਹੇ ਹੋ ਸਰ, ਇੱਕ ਵਿਚਾਲੇ ਦਾ ਰਾਹ ਹੁੰਦਾ, ਤੁਸੀਂ ਉਹ ਪਕੜ ਲਿਆ। ਚੇਤਨ ਜੋਸ਼ੀ ਤੁਸੀਂ ਇਸ ਵਾਲੇ ਪਾਸੇ ਜਾਂ ਉਸ ਵਾਲੇ ਪਾਸੇ ਨਹੀਂ ਜਾ ਰਹੇ, ਵਿਚਾਲੇ ਦੇ ਰਾਹ ਦੇ ਉੱਤੇ ਹੋ ਕਿ ਠੀਕ ਹੈ ਜੇ ਹੋਇਆ ਤਾਂ ਹੋਇਆ। ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਚਰਨਜੀਤ ਬਰਾੜ ਜੀ ਕੁਝ ਕਹਿਣਾ ਚਾਹੁੰਦੇ? ਸਕਦੇ ਅਸੀਂ ਕਾਨੂੰਨ ਦੇ ਉੱਤੇ ਕੁਐਸਚਨ ਨਹੀਂ ਕਰ ਸਕਦੇ, ਲੇਕਿਨ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਸੱਚ ਸਾਹਮਣੇ ਆਉਣਾ ਚਾਹੀਦਾ। ਸੱਚ ਲੈ ਕੇ ਆਓ, ਅੱਗੇ ਕਾਨੂੰਨ ਸੱਚ ਲੈ ਕੇ ਆਵੇ। ਬਿਲਕੁਲ ਸੱਚ ਸਾਹਮਣੇ ਆਉਣਾ ਚਾਹੀਦਾ। ਚਰਨਜੀਤ ਬਰਾੜ ਜੀ। ਚਰਨਜੀਤ ਬਰਾੜ ਜੀ, ਮੈਂ ਇੱਕ ਅਖਬਾਰ ਦਾ ਜ਼ਿਕਰ ਕਰੂੰਗਾ। 30 ਦਸੰਬਰ 2019 ਨੂੰ ਇੱਕ ਰਿਪੋਰਟ ਛਪੀ ਸੀ ਕਿ ਇਸ ਸਰਕਾਰ ਦੇ ਦੌਰਾਨ 1200 ਨੌਜਵਾਨਾਂ ਦੀਆਂ ਮੌਤਾਂ ਜਿਹੜੀਆਂ ਉਹ ਡਰੱਗ ਦੇ ਨਾਲ ਹੋਈਆਂ ਸੀ। ਉਹਦਾ ਜ਼ਿੰਮੇਵਾਰ ਕੌਣ ਹੈ? ਇੱਕ ਗੱਲ, ਜਿਹੜੀ ਡਿਸਟਿਲਰੀਆਂ ਦੇ ਵਿੱਚੋਂ ਈਐਨਏ ਨਿਕਲ ਕੇ ਜਾਲੀ ਸ਼ਰਾਬ ਦੀਆਂ 3 ਫੈਕਟਰੀਆਂ ਫੜੀਆਂ ਗਈਆਂ, 5600 ਕਰੋੜ ਦਾ ਘਪਲਾ ਹੋਇਆ ਔਰ 125 ਦੇ ਕਰੀਬ ਲੋਕ ਮਾਰੇ ਗਏ, ਦਰਜਨਾਂ ਅੰਨੇ ਹੋ ਗਏ। ਅੱਜ ਤੱਕ ਕੋਈ ਇੱਕ ਬੰਦਾ ਫੜਿਆ ਗਿਆ? ਇੱਕ ਨੂੰ ਤਾਂ ਨਾਮ ਮਿਲ ਕੇ ਮੰਤਰੀ ਬਣ ਗਿਆ ਤੇ ਦੂਜੇ ਐਮਐਲਏ ਦਗੜ ਕਰਦੇ ਫਿਰਦੇ ਆ, ਕੋਈ ਨਹੀਂ ਫੜਿਆ ਗਿਆ। ਔਰ ਤੀਜਾ ਜਿਹੜਾ ਸੀ ਨੇਹਾ ਛੋਰੀ, ਜਿਹੜੀ ਇੰਸਪੈਕਟਰ ਸੀ ਡਰੱਗ ਦੀ, ਉਹਨੂੰ ਸ਼ਰੇਆਮ ਮਾਰ ਦਿੱਤਾ ਗਿਆ ਸੀ। ਉਹਦੇ ਬਾਰੇ ਕੋਈ ਲੜ ਸਿਰੇ ਗੱਲ ਨਹੀਂ ਸੀ ਲੱਗੀ। ਇਸੇ ਤਰ੍ਹਾਂ ਜਿਹੜੀ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਹਿ ਲਾਂ, ਜੇ ਸਬੂਤ ਹੁੰਦੇ, ਮੈਂ ਗਰਗ ਸਾਹਿਬ ਨੂੰ ਇੱਕ ਗੱਲ ਕਹੂੰਗਾ, ਜੇ ਸਬੂਤ ਹੁੰਦੇ ਤੇ ਕੇਜਰੀਵਾਲ ਸਾਹਿਬ ਜ਼ਰੂਰ ਕੋਰਟ ਦੇ ਵਿੱਚ ਦੇ ਦਿੰਦੇ, ਜੇ ਸਬੂਤ ਹੁੰਦੇ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰਾਂ, ਬਾਰ-ਬਾਰ ਮੈਂ ਕਹਣਾ ਜਿੰਨੀ ਮਰਜ਼ੀ ਛਾਣਬੀਣ ਕਰੋ ਤੇ ਜਿੰਨੀਆਂ ਮਰਜ਼ੀ ਐਫਆਈਆਰ ਕਰੋ, ਕੋਈ ਡਰਨ ਵਾਲੇ ਨਹੀਂ, ਕੋਈ ਘਬਰਾਉਣ ਵਾਲੇ ਨਹੀਂ। ਨਾ ਇਸ ਐਫਆਈਆਰ ਨਾਲ ਸਰਕਾਰ ਬਣਨ ਤੋਂ ਕੋਈ ਰੋਕ ਸਕੇ। ਇਸ ਕਰਕੇ ਝੂਠਾ ਕੇਸ ਹੈ। ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਗ੍ਰਿਫਤਾਰੀ ਹੋਏਗੀ, ਯਾਨੀ ਗ੍ਰਿਫਤਾਰੀ ਦੀ ਤਲਵਾਰ ਹੈ। ਕੋਈ ਅਦਾਲਤ ਇਹਦਾ ਝੂਠਾ ਕੇਸ ਨਹੀਂ ਖੜਨ ਦੇਊਗੀ। ਚਰਨਜੀਤ ਜੀ, ਗ੍ਰਿਫਤਾਰੀ ਹੋਏਗੀ, ਇਹ ਗ੍ਰਹਿ ਮੰਤਰੀ ਕਹਿ ਗਏ ਕਿ ਹਾਂ ਗ੍ਰਿਫਤਾਰੀ ਹੋਏਗੀ, ਜਾਂਚ ਵੀ ਮੈਂ ਹੋਏਗੀ। ਕਿਹਾ ਜੀ ਗ੍ਰਿਫਤਾਰੀ ਕੋਈ ਅਕਾਲੀ ਦਲ ਦੇ ਲੀਡਰਾਂ ਦੀ ਕੋਈ ਨਵੀਂ ਗੱਲ ਨਹੀਂ, ਤੇ ਨਾ ਇਹਨਾਂ ਦੀ ਗ੍ਰਿਫਤਾਰੀ ਤੋਂ ਡਰਦੇ ਆ। ਇੱਕ ਗੱਲ, ਕਾਨੂੰਨ ਆਪਣਾ ਕੰਮ ਕਰੇਗਾ, ਧਰਤੀ ਦੀ ਲੜਾਈ ਸਾਡੀ ਆਪਣੀ ਕੰਮ ਕਰੇਗੀ, ਪਾਰਟੀ ਡਿਸੀਜਨ ਲਏਗੀ। ਆਉਣ ਵਾਲੇ ਦਿਨਾਂ ਦੇ ਵਿੱਚ ਦੋਨੋਂ ਲੜਾਈਆਂ ਲੜੀਆਂ ਜਿਹੜੀਆਂ ਤਕੜੇ ਪੱਧਰ ਤੇ ਲੜੀਆਂ ਜਾਣਗੀਆਂ। ਕਮਲਜੀਤ ਬਰਾੜ ਜੀ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਖਾਨਾ ਪੂਰਤੀ ਹੈ ਇਹ, ਦੂਜੇ ਪਾਸੇ ਅਕਾਲੀ ਦਲ ਦੇ ਨੁਮਾਇੰਦੇ ਵੱਖ-ਵੱਖ ਰਿਪੋਰਟਾਂ ਦਾ ਜ਼ਿਕਰ ਕਰ ਰਹੇ ਨੇ। ਮੇਰੀ ਗੌਰਵ ਜੀ ਤੁਹਾਡੇ ਰਾਹੀਂ ਇੱਕ ਸਲਾਹ ਇਹਨਾਂ ਨੂੰ, ਇਹ ਬੋਲਣ ਨਾ ਵਿੱਚ। ਹੁਣ ਇਹ ਬਹੁਤ ਪੁੱਠੇ ਸਿੱਧੇ ਲਫ਼ਜ਼ ਇਹਨਾਂ ਨੇ ਵਰਤੇ ਆ, ਮੇਰੇ ਕੋਲ ਇਦੋਂ ਵੀ ਭੈੜੇ ਲਫ਼ਜ਼ ਹੈਗੇ ਆ। ਮੈਂ ਇਹ ਵੀ ਕਹਿੰਦਾ ਵੀ ਵਿੱਚ ਨਾ ਬੋਲਣ ਮੇਰੀ ਗੱਲ ਦੇ, ਤੇ ਨਹੀਂ ਮੈਂ ਜੇ ਇਹਨਾਂ ਨੂੰ ਕੋਈ ਵਹਿਮ ਭੁਲੇਖਾ ਹੈਗਾ ਤਾਂ ਮੈਂ ਡਿਬੇਟ ਬੰਦ ਕਰਕੇ ਜਿੱਥੇ ਬੈਠੇ ਉੱਥੇ ਜਾ ਵੜਦਾ, ਆਪਾਂ ਕੱਢ ਲੈਂਦੇ ਆ। ਕਾਂਗਰਸ ਦੇ 9 ਨੁਕਤੇ ਜਿਹੜੇ ਜਾਰੀ ਕੀਤੇ ਸੀ, ਉਹਦੇ ਚ 2 ਨੰਬਰ ਦਾ ਨੁਕਤਾ ਸੀ ਕਿ 4 ਹਫ਼ਤਿਆਂ ਚ ਡਰੱਗ ਖਤਮ ਕਰਾਂਗੇ। ਔਰ ਮੈਂ ਤੁਹਾਨੂੰ ਫਿਗਰਾਂ ਦੇ ਚੁੱਕਿਆ ਕਿ ਜੇ 2019 ਜੁਲਾਈ ਦੀ ਗੱਲ ਹੈ ਤੇ 1 ਮਹੀਨੇ ਦੇ ਵਿੱਚ 24 ਮੌਤਾਂ ਹੋਈਆਂ ਸੀ। ਫਿਰ 3 ਸਾਲਾਂ ਦਾ ਅੰਕੜਾ ਦਿੱਤਾ ਕਿ 1200 ਮੌਤਾਂ ਹੋਈਆਂ। ਔਰ ਇਹਨਾਂ ਦਾ ਜਿਹੜਾ ਸਿਹਤ ਮੰਤਰੀ ਸੀਗਾ, ਕਰੋੜਾਂ ਗੋਲੀਆਂ ਜਿਹੜੀਆਂ ਨਸ਼ਾ ਛਡਾਉਣ ਵਾਲੀਆਂ ਸੀ ਉਹ ਵੇਚ ਕੇ ਬਾਹਰ ਦੀ ਬਾਹਰ ਖਾ ਗਿਆ। ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਕਿਹਾ 532 ਕਿਲੋ ਜਿਹੜੀ ਹੈਰੋਇਨ ਫੜੀ ਗਈ ਸੀ, 532 ਕਿਲੋ, ਉਹ 532 ਕਿਲੋ ਦਾ ਜਿਹੜਾ ਮੁੱਖ ਮੁਲਜ਼ਮ ਸੀਗਾ ਉਹ ਇਹਨਾਂ ਨੇ ਜੇਲ੍ਹ 'ਚ ਮਾਰਤਾ, ਤੇ ਉਹਦੇ ਜੇਲ੍ਹ 'ਚ ਮਾਰਤਾ ਤੇ ਕੋਈ ਉਹਦਾ ਸਬੂਤ ਹੀ ਮਿਟਾਤੇ। ਤੇ ਇਸ ਕਰਕੇ ਜਿਹੜੀ ਖਾਸ ਤੌਰ ਤੇ ਜਿਹੜੀ ਅਸਲੀ ਲੜਾਈ ਸੀ ਡਰੱਗ ਦੇ ਖਿਲਾਫ, ਉਹ ਲੜੀ ਨਹੀਂ, ਕੱਲੀ ਪੋਲੀਟੀਕਲ ਵੈਂਡੇਟਾ ਸ਼ੁਰੂ ਕੀਤਾ ਕਾਂਗਰਸ ਪਾਰਟੀ ਨੇ। ਔਰ ਇਹਨਾਂ ਨੂੰ ਮਹਿੰਗਾ ਪਏਗਾ, ਕਿਉਂਕਿ ਇਹ ਜਿਹੜੀਆਂ ਝੂਠੀਆਂ ਐਫਆਈਆਰਾਂ ਅਦਾਲਤ 'ਚ ਕਦੇ ਖੜਦੀਆਂ ਨਹੀਂ ਹੁੰਦੀਆਂ। ਠੀਕ ਹੈ। ਚੇਤਨ ਜੋਸ਼ੀ ਜੀ ਦਾ ਮੈਂ ਰੁਕ ਕਰਦਾ ਹਾਂ। ਜੋਸ਼ੀ ਜੀ, ਤੁਸੀਂ ਵਿਚਾਲੇ ਦਾ ਰਾਹ ਪਹਿਲਾਂ ਜ਼ਰੂਰ ਅਪਣਾਉਂਦੇ ਹੋਏ ਨਜ਼ਰ ਆਏ ਜਦੋਂ ਮੈਂ ਬਦਲਾਖੋਰੀ ਵਾਲੇ ਮਾਮਲੇ ਦੇ ਉੱਤੇ ਕਰ ਰਿਹਾ ਸੀ। ਤੁਸੀਂ ਐਫਆਈਆਰ ਵੀ ਪੜ੍ਹੀ ਹੈ, ਇਹ ਕਿੰਨਾ ਸਟੈਂਡ ਕਰੇਗੀ? ਕਿਉਂਕਿ ਆਮ ਆਦਮੀ ਪਾਰਟੀ ਇਲਜ਼ਾਮ ਪਹਿਲਾਂ ਤੋਂ ਹੀ ਲਗਾਉਂਦੀ ਆਈ ਹੈ ਕਿ ਜੋ ਵੀ ਮਾਮਲਾ ਦਰਜ ਹੋਏਗਾ ਉਸਨੇ ਸਟੈਂਡ ਨਹੀਂ ਕਰਨਾ ਅਦਾਲਤ 'ਚ। ਤੁਸੀਂ ਜ਼ਿਕਰ ਕੀਤਾ ਕਿ ਮੈਂ ਐਫਆਈਆਰ ਪੜ੍ਹੀ ਹੈ, ਕਰੇਗੀ ਸਟੈਂਡ ਇਹ ਪੂਰੀ ਐਫਆਈਆਰ ਅਦਾਲਤ? ਦੇਖੋ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਨਾ ਕਰੋ। ਅਸੀਂ ਤੇ ਆਮ ਆਦਮੀ ਪਾਰਟੀ ਵੱਲ ਵੇਖ ਕੇ ਹੈਰਾਨ ਹੁੰਨੇ ਆ ਵੀ ਇਹ ਪੰਜਾਬ 'ਚ ਪਤਾ ਨਹੀਂ ਕਿਹੜੇ ਭੁਲੇਖਿਆਂ 'ਚ ਤੁਰੀ ਫਿਰਦੀ ਪਈ ਆ। ਜਿਸ ਪਾਰਟੀ ਦੇ ਮੁਖੀ ਨੇ ਆ ਕੇ ਪਹਿਲੋਂ ਮਜੀਠੀਆ ਦੇ ਕੋਲੋਂ ਹੀ ਮਾਫੀ ਮੰਗ ਲਈ, ਅੱਜ ਫੇਰ ਖੜੇ ਹੋ ਗਏ ਉਹਨਾਂ ਦੇ ਖਿਲਾਫ ਗੱਲ ਕਰਨ ਵਾਸਤੇ। ਇਹਨਾਂ ਦਾ ਤਾਂ ਮੈਨੂੰ ਕੋਈ ਸਟੈਂਡ ਹੀ ਨਹੀਂ ਨਜ਼ਰ ਆਉਂਦਾ। ਸੋ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਹੀ ਨਾ ਕਰੋ, ਕਿਉਂਕਿ ਇਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਰੈਲੀਆਂ ਕੀਤੀਆਂ ਨੇ ਉਹਦੇ ਵਿੱਚ ਗੱਲਾਂ ਕੀ ਕੀਤੀਆਂ ਨੇ? ਪਹਿਲਾਂ ਮਾਫੀ ਮੰਗ ਕੇ, ਮੈਂ ਤੇ ਮਾਫੀ ਖੋਰ ਕਹਿ ਦਿੰਦਾ ਇਹਨਾਂ ਨੂੰ ਕਿ ਇਹ ਮਾਫੀਆਂ ਮੰਗਦੇ ਰਹਿੰਦੇ। ਦੂਸਰੀ ਗੱਲ ਦੇਖੋ,
ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ। ਮੁੱਦਾ ਬੜਾ ਸੰਗੀਨ ਆ, ਬੜਾ ਗੰਭੀਰ ਆ ਔਰ ਇਹਦੇ ਤੇ ਬੜੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਤੁਸੀਂ ਕਿਸੇ ਬੰਦੇ ਦੀ ਪਰਸਨੈਲਿਟੀ ਦੇ ਉੱਤੇ, ਉਹਦੇ ਸਮਾਜਿਕ ਦਾਇਰੇ ਦੇ ਉੱਤੇ ਤੇ ਉਹਦੇ ਰਾਜਨੀਤਿਕ ਕੈਰੀਅਰ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਜਿਹੜਾ ਲਗਾਉਂਦੇ ਪਏ ਹੋ। ਜਿੰਨੀ ਦੇਰ ਤੱਕ ਸਬੂਤ ਉਹਨੂੰ ਨਹੀਂ ਦੋਸ਼ੀ ਕਰਾਰ ਕਰਦੇ, ਅਸੀਂ ਉਹਦੇ ਖਿਲਾਫ ਗੱਲ ਕਰਨ ਵਾਲੀਆਂ ਜਿਹੜੀਆਂ ਦਲੀਲਾਂ ਦੇ ਰਹੇ ਹਾਂ ਉਹਦੇ ਵਿੱਚ ਅਸੀਂ ਅੰਦਾਜ਼ੇ ਵੀ ਲਾ ਸਕਦੇ ਹਾਂ, ਲੇਕਿਨ ਜਦੋਂ ਸਬੂਤ ਪੂਰੀ ਤਰ੍ਹਾਂ ਕਾਨੂੰਨ ਦੇ ਪੱਖ ਵਿੱਚ ਜਾਵੇਗਾ, ਕਾਨੂੰਨ ਉਹਨੂੰ ਲੋਕਾਂ ਸਾਹਮਣੇ ਲਿਆਵੇਗਾ, ਮਾਮਲਾ ਕੋਰਟ ਵਿੱਚ ਜਾਵੇਗਾ, ਉਹਦੀ ਚਾਰਜ ਸ਼ੀਟ ਦੀ ਗੱਲ ਹੋਏਗੀ, ਫਿਰ ਅਸੀਂ ਇਹਦੇ ਬਾਰੇ ਗੱਲ ਕਰ ਸਕਦੇ। ਲੇਕਿਨ ਜਿਹੜੇ ਬੰਦੇ ਵੀ ਇਸ ਨਸ਼ੇ ਦੀ ਤਸਕਰੀ ਦੇ ਵਿੱਚ ਹੈਗੇ ਨੇ, ਜਿਨ੍ਹਾਂ ਦਾ ਨਾਮ ਹੈ, ਅਸੀਂ ਕਾਨੂੰਨ ਨੂੰ ਬੇਨਤੀ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਉਹ ਜਿਹੜੇ ਬੰਦੇ ਵੀ ਨਸ਼ਾ ਵੇਚਦੇ ਪਏ ਨੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਿਤੇ ਵੀ, ਜਿੱਥੇ ਵੀ ਉਹਨਾਂ ਨੂੰ ਇਨਫੋਰਮੇਸ਼ਨਾਂ ਆਉਂਦੀਆਂ ਨੇ, ਠੀਕ ਹੈ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ 'ਚ ਸੁੱਟਣ। ਕੱਲੇ ਇੱਕ ਬੰਦੇ ਦੀ ਗੱਲ ਕਿਉਂ ਕਰਦੇ ਪਏ ਨੇ? ਤੁਸੀਂ ਉਹ ਸਾਰੇ ਸਮੂਹ ਦੀ ਗੱਲ ਕਰੋ ਜਿਹੜਾ ਸਮੂਹ ਦੇ ਪਿੱਛੇ ਕੰਮ ਕਰਦਾ ਪਿਆ। ਅਕਸਰ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਪਿਆ, ਉਹ ਨਸ਼ਾ ਕਿੱਥੋਂ ਆ ਰਿਹਾ? ਸੋ ਕਾਨੂੰਨ ਨੂੰ ਚਾਹੀਦਾ ਕਿ ਬਿਲਕੁਲ ਇੱਕ ਐਸੀ ਨਿਰਪੱਖ ਤੇ ਇਮਾਨਦਾਰੀ ਦੇ ਨਾਲ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਠੀਕ ਹੈ ਕਮਲਜੀਤ ਬਰਾੜ ਜੀ, ਗ੍ਰਿਫਤਾਰੀ ਹੋਏਗੀ, ਹੁਣ ਪਰਚਾ ਦਰਜ ਹੋ ਗਿਆ ਹੈ, ਪਰ ਅਕਾਲੀ ਦਲ ਬਾਰ-ਬਾਰ ਇੱਕੋ ਪੁਆਇੰਟ ਕਹਿ ਰਿਹਾ ਹੈ ਕਿ ਜੇਕਰ ਤੁਹਾਡੀ ਸਰਕਾਰ ਦੇ ਸਮੇਂ ਨਸ਼ੇ ਦੀ ਵਜ੍ਹਾ ਨਾਲ ਕਿਸੇ ਦੀ ਮੌਤ ਹੋਈ ਤਾਂ ਕੌਣ ਜ਼ਿੰਮੇਵਾਰ? ਜੇਕਰ ਤੁਹਾਡੇ ਕੋਈ ਆਗੂ ਆ ਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਵਾਲ ਚੁੱਕਦੇ ਨੇ ਤੇ ਫਿਰ ਉਸ ਦਾ ਜਵਾਬ ਕੀ ਹੈ? ਦੇਖੋ, ਪਹਿਲੀ ਗੱਲ ਤਾਂ 10 ਸਾਲ ਦੇ ਪਾਏ ਹੋਏ ਗੰਦ ਨੂੰ ਸਾਫ਼ ਕਰਨ ਲਈ ਸਮਾਂ ਲੱਗਦਾ ਹੈ, ਉਹ ਸਮਾਂ ਲੱਗ ਗਿਆ। ਔਰ ਬਾਕੀ ਇਹ ਮਜੀਠੀਏ ਦੇ ਲਾਏ ਹੋਏ ਬੂਟੇ ਹੁਣ ਵੱਡੇ ਵੱਡੇ ਦਰਖਤ ਬਣ ਗਏ ਆ, ਇਸ ਲਈ ਉਹ ਦਰਖਤਾਂ ਨੂੰ ਸੁੱਕਣ ਦੇ ਵਿੱਚ, ਸੁਕਾਉਣ ਦੇ ਵਿੱਚ ਸਮਾਂ ਲੱਗੂਗਾ। ਫਿਰ ਅਕਾਲੀ ਦਲ ਨੇ ਹਰੇਕ ਵਾਰੀ ਮੈਨੀਫੈਸਟੋ ਦੀ ਇਹਨਾਂ ਨੇ ਪਹਿਲਾਂ ਬਹਾਨਾ ਬਣਾਇਆ ਸੀ, ਜਵਾਬ ਦਿੱਤਾ ਸੀ ਅਕਾਲੀ ਦਲ ਦੇ ਬੁਲਾਰੇ ਨੇ ਕਿ ਮੈਨੀਫੈਸਟੋ ਦੇ ਵਾਅਦੇ ਨਹੀਂ ਪੂਰੇ ਹੋਏ ਤਾਂ ਧਿਆਨ ਪਾਸੇ ਹਟਾਇਆ ਹੈ। ਸਾਰੇ ਮਹਿਮਾਨਾਂ ਤੋਂ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਵਿਚਾਲੇ ਹੀ ਰੋਕ ਰਿਹਾ ਤੁਹਾਨੂੰ। ਚਰਚਾ ਹਮੇਸ਼ਾ ਸੰਜੀਦਗੀ ਹੋ ਸਕਦੀ ਹੈ, ਇਹ ਸਾਡੀ ਰਿਕੁਐਸਟ ਵੀ ਹੈ ਸਾਰੇ ਮਹਿਮਾਨਾਂ ਨੂੰ ਜਿਹੜੇ ਸਾਡੇ ਨਾਲ ਬੁਲਾਰੇ ਜਾਂ ਫਿਰ ਪਾਰਟੀ ਦੇ ਨੁਮਾਇੰਦੇ ਜੁੜਦੇ ਨੇ, ਕਿਉਂਕਿ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਕਿ ਜਦੋਂ ਅਸੀਂ ਕਿਸੇ ਪਲੇਟਫਾਰਮ ਦੇ ਉੱਤੇ ਬੈਠ ਕੇ ਬੋਲੀਏ ਤਾਂ ਫਿਰ ਉਹ ਜ਼ਰੂਰੀ ਹੋ ਜਾਵੇ ਕਿ ਕਿਸੇ ਇੱਕ ਥਾਂ ਦੇ ਉੱਤੇ ਨਹੀਂ ਹੈ, ਕੋਈ 2 4 5 ਲੋਕ ਉਸ ਨੂੰ ਨਹੀਂ ਦੇਖ ਰਹੇ, ਹਜ਼ਾਰਾਂ ਲੱਖਾਂ ਲੋਕ, ਪੰਜਾਬ ਦੇ ਕਰੋੜਾਂ ਲੋਕ ਇਸ ਸਮੇਂ ਇਸ ਡਿਬੇਟ ਨੂੰ ਦੇਖ ਰਹੇ ਹੋਣਗੇ। ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੇ ਵੀ ਪਰਿਵਾਰ ਬੈਠੇ ਹੋ ਸਕਦੇ ਆ ਜਿਹੜੇ ਸੁਣ ਰਹੇ ਹੋਣ ਇਸ ਚਰਚਾ ਨੂੰ, ਤਾਂ ਉਹ ਕੀ ਸੋਚ ਰਹੇ ਹੋਣਗੇ। ਪਰ ਉਮੀਦ ਕਰਦੇ ਹਾਂ ਕਿ ਸੰਜੀਦਗੀ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ ਅੱਗੇ ਤੋਂ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ। ਖੈਰ, ਜਿਹੜੀ ਕਾਰਵਾਈ ਹੋਈ ਹੈ ਹੁਣ ਅੱਗੇ ਜ਼ਰੂਰ ਦੇਖਣਾ ਹੋਵੇਗਾ ਕਿ ਬਿਕਰਮ ਮਜੀਠੀਆ ਤੇ ਪਰਚਾ ਦਰਜ ਹੋਣ ਤੋਂ ਬਾਅਦ ਹੁਣ ਜਿਹੜੀ ਨਵੀਂ SIT 3 ਮੈਂਬਰੀ ਬਣਾ ਦਿੱਤੀ ਗਈ, ਉਹ ਕੀ ਐਕਸ਼ਨ ਕਰਦੀ ਹੈ, ਕਦੋਂ ਕਰਦੀ ਹੈ, ਕਿੱਥੇ ਕਰਦੀ ਹੈ ਤੇ ਉਸ ਦਾ ਅੱਗੇ ਚੋਣਾਂ ਦੇ ਉੱਤੇ ਕੀ ਪ੍ਰਭਾਵ ਹੋਵੇਗਾ ਜਾਂ ਹੋ ਸਕਦਾ ਹੈ। ਇਸ ਦੇ ਉੱਤੇ ਨਜ਼ਰ ਰਹੇਗੀ ਪ੍ਰਾਈਮ ਟਾਈਮ ਦੇ ਵਿੱਚ। ਅੱਜ ਦੇ ਲਈ ਇੰਨਾ।